अलख तोवै। सो कहो टल गुर सेवियै, अहनिस सहज सुभाए। दर्शन परसै गुरु का, जन्म मरण दुख जाए। दर्शन परसै गुरु का, जन्म मरण दुख जाए। सतनाम श्री वाहेगुरु साहिब जीओ। सलोक महला पहला। खत्यां जमे खते कर, नित खत्यां विच पाहे। तोते मूल ना उतरहै, जे साओ धोवण पाहे। नानक बख्शे बख्शियह, नाहे तां पाहे पाहे। खत्यां जमे खते कर, नित खत्यां विच पाहे। तोते मूल ना उतरहै, जे साओ धोवण पाहे। नानक बख्शे बख्शियह, नाहे तां पाहे पाहे। महला पहला। नानक बोलण झखणा, दुख छाड़ मंगिया है सुख। सुख दुख दोए दार कपड़े, पहर है जाए मनुख। जिथै बोलण हारिया, तिथा चंगे चुप। सुख दुख दोए दार कपड़े, पहर है जाए मनुख। जिथा बोलण हारिया, तिथा चंगे चुप। वाहेगुरु जी का खालसा, वाहेगुरु जी की फतेह। सच्चे पातशाह, दीन दुनिया दे मालक, जागदी जोत, किरपा दे सागर, धन साहिब श्री गुरु ग्रंथ साहिब जी महाराज, हजूर दी परम कृपालता सदका पंथ दे महान पवित्र स्थान तखत सचखंड श्री हजूर श्री अबचल नगर साहिब विखे इस सतसंगत दियां घड़ियां दा सुभाग समा प्राप्त होया है। चौजी पातशाह जी दे पवित्र स्थान दे दर्शन दीदार करदियां होया आप संगत दियां घड़ियां दा आनंद मान रहे हो। हजूर दे पावन दरबार अंदर तुर की बाणी दी
ਲੜੀਵਾਰ ਕਥਾ ਦਾ ਸਮਾਂ ਹੈ। ਪਿਆਰ ਸ਼ਰਧਾ ਨਾਲ ਸਤਿਗੁਰੂ ਜੀ ਦਾ ਉਪਦੇਸ਼ ਮਨ ਇਕਾਗਰ ਕਰਕੇ ਸਰਵਣ ਕਰੀਏ। ਹਜ਼ੂਰ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸ਼ਲੋਕ ਮਹਲਾ ਪਹਿਲਾ। ਗਰੀਬ ਨਵਾਜ ਧੰਨ ਗੁਰੂ ਨਾਨਕ ਸਾਹਿਬ ਜੀ ਮਾਝ ਦੀ ਵਾਰ ਦਾ ਇਹ ਸਤਿਗੁਰੂ ਜੀ 24ਵਾਂ ਸ਼ਬਦ ਉਚਾਰਨ ਕਰ ਰਹੇ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਸ਼੍ਰੀ ਕੰਠ ਤੋਂ ਫਰਮਾਨ ਕਰਦੇ ਹਨ। ਖਤਿਓ ਜੰਮੇ ਖਤੇ ਕਰ। ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹੈ ਕਿ ਇਹ ਜਿਹੜਾ ਜੀਵ ਹੈ ਪਿਛਲੇ ਜਨਮਾਂ ਦੇ ਅੰਦਰ ਬਹੁਤ ਜ਼ਿਆਦਾ ਖਤੇ ਗੁਨਾਹ ਕਰਨੇ ਕਰਕੇ ਮਹਾਰਾਜ ਕਹਿੰਦੇ ਗੁਨਾਹਾਂ ਨੂੰ ਕਰਦਾ ਹੋਇਆ ਆਇਆ ਹੈ ਤੇ ਇਸ ਸੰਸਾਰ ਦੇ ਅੰਦਰ ਇਹਨੇ ਜਨਮ ਪ੍ਰਾਪਤ ਕੀਤਾ ਹੈ। ਅਰਬੀ ਦੇ ਅੰਦਰ ਗੁਨਾਹ ਨੂੰ ਖਤਾ ਕਿਹਾ ਜਾਂਦਾ ਹੈ। ਹਜ਼ੂਰ ਕਹਿੰਦੇ ਨੇ ਗੁਨਾਹ ਪਿਛਲੇ ਜਨਮਾਂ ਵਿੱਚ ਕਰਦਾ ਹੋਇਆ ਗੁਨਾਹਾਂ ਦਾ ਕਰਕੇ ਹੀ ਇਸ ਨੂੰ ਇਹ ਕਰਮਾਂ ਦੀ ਫਾਹੀ ਗਲ ਪਈ ਰਹਿੰਦੀ ਹੈ, ਜਿਸ ਕਰਕੇ ਕਿ ਇਹ ਗੁਨਾਹਾਂ ਨੂੰ ਕਰਦੇ ਹੋਏ ਨੇ ਜਨਮ ਲਿਆ ਹੈ ਸੰਸਾਰ ਦੇ ਅੰਦਰ ਆ ਕਰਕੇ। ਖਤੇ ਹੋਂ ਜੰਮੇ, ਜਿਹੜੇ ਖਤੇ ਗੁਨਾਹ ਕੀਤੇ ਸੀ ਉਹਨਾਂ ਕਰਕੇ ਜਨਮ ਮਿਲਿਆ ਹੈ। ਤੇ ਹੁਣ ਮਹਾਰਾਜ ਕਹਿੰਦੇ ਨੇ ਫਿਰ ਖਤੇ ਕਰ, ਫਿਰ ਗੁਨਾਹਾਂ ਨੂੰ ਕਰੀ ਜਾਂਦਾ ਹੈ, ਪਾਪਾਂ ਵਿੱਚ ਫਿਰ ਇਸੇ ਤਰ੍ਹਾਂ ਹੀ ਲੱਗਾ ਹੋਇਆ ਏ। ਨਿਤ ਖਤਿਆਂ ਵਿੱਚ ਪਾਹੇ। ਤੇ ਨਿਤਾ ਪ੍ਰਤੀ ਆਪਣੇ ਮਨ ਨੂੰ ਗੁਨਾਹਾਂ ਵਿੱਚ ਹੀ ਪਾਈ ਰੱਖਦਾ ਹੈ। ਗੁਨਾਹਾਂ ਤੋਂ ਪਾਪਾਂ ਤੋਂ ਮਨ ਇਹਦਾ ਬਾਹਰ ਨਹੀਂ ਆਉਂਦਾ। ਹਰ ਵੇਲੇ ਫੁਰਨੇਵੀਂ ਪਾਪ ਬਿਰਤੀ ਵਾਲੇ ਜਿਹੜੇ ਆ ਉਹ ਆਈ ਜਾਂਦੇ ਆ। ਕਦੇ ਵੀ ਮਨ ਗੁਨਾਹਾਂ ਤੋਂ ਬਾਹਰ ਨਹੀਂ ਨਿਕਲਦਾ। ਸਤਿਗੁਰੂ ਜੀ ਕਹਿੰਦੇ ਗੁਨਾਹਾਂ ਦਾ ਬੱਧਾ ਹੋਇਆ ਜੀਵ ਮਾਰ ਖਾਂਦਾ ਰਹਿੰਦਾ ਹੈ। ਪਹਿਲਿਆਂ ਜਨਮਾਂ ਵਿੱਚ ਗੁਨਾਹ ਕੀਤੇ ਸੀ ਜਿਨ੍ਹਾਂ ਕਰਕੇ ਜਨਮ ਮਿਲਿਆ। ਇਹ ਸਾਧ ਸੰਗਤ ਜੀ ਜਿਹੜਾ ਮਨੁੱਖਾ ਜਨਮ ਹੈ ਇਹ ਜਦੋਂ ਪਾਪ ਤੇ ਪੁੰਨ ਬਰਾਬਰ ਹੋਣ ਉਦੋਂ ਮਨੁੱਖਾ ਜਨਮ ਪ੍ਰਾਪਤ ਹੋ ਜਾਂਦਾ ਹੈ। ਪੁੰਨਾਂ ਕਰਕੇ ਇਹਨੂੰ ਸੁੱਖ ਮਿਲਦਾ ਹੈ, ਪਾਪਾਂ ਕਰਕੇ ਦੁੱਖ ਮਿਲਦਾ ਹੈ। ਸਤਿਗੁਰੂ ਜੀ ਕਹਿੰਦੇ ਹੈ ਕਿ ਇਸ ਸੰਸਾਰ ਦੇ ਅੰਦਰ ਇਹ ਗੁਨਾਹਾਂ ਕਰਕੇ ਜੀਵ ਦੁੱਖ ਭੋਗਦੇ ਆ ਕਰਕੇ। ਜਿਹੜਾ ਬਿਰਤੀ ਦੇ ਅੰਦਰ ਪਾਪ ਕਰਮ ਸਦਾ ਹੀ ਫੁਰਨਿਆਂ ਦੇ ਸਹਿਤ ਬਣੇ ਰਹਿਣੇ, ਇਹ ਸਾਧ ਸੰਗਤ ਜੀ ਪਿਛਲੇ ਜਨਮਾਂ 'ਚ ਵੀ ਬਹੁਤੇ ਗੁਨਾਹ ਕੀਤੇ ਹੋਣ ਕਰਕੇ ਉਹ ਮੈਲ ਭਰੀ ਹੁੰਦੀ, ਜਿਸ ਕਰਕੇ ਕਿ ਚੰਗਾ ਫੁਰਨਾ ਨਹੀਂ ਆਉਂਦਾ। ਚੰਗਾ ਜਿਹੜਾ ਹੈ ਧਰਮ ਦਾ ਵਿਚਾਰ ਉਹ ਨਹੀਂ ਅੰਦਰ ਬਣਦਾ। ਮੈਲੀ ਇੱਛਾ ਤੇ ਵਿਕਾਰਾਂ ਵਾਲਾ ਮਨ ਇਹ ਪਿਛਲੇ ਜਨਮਾਂ 'ਚ ਗੁਨਾਹ ਜ਼ਿਆਦੇ ਕੀਤੇ, ਫਿਰ ਸੰਗਤ ਕਰਨ 'ਚ ਵੀ ਚਿੱਤ ਨਹੀਂ ਲੱਗਦਾ। ਤੇ ਜੇ ਕੋਈ ਬੁਰਾ ਕਰਮ ਕਰਨਾ ਹੈ ਤੇ ਉਸੇ ਵੇਲੇ ਮਨ ਉਤਸ਼ਾਹਤ ਹੋ ਜਾਂਦਾ ਹੈ। ਨੀਂਦ ਬਾਹਲੀ ਆਲਸ ਆਉਂਦਾ ਏ ਤੇ ਸੁਭਾਅ ਇਹੋ ਜਿਹਾ ਹੁੰਦਾ ਹੈ ਕੌੜਾ ਬੋਲਣ ਦਾ, ਰੱਜ ਕੇ ਖਾਣਾ, ਰਸਾਂ ਵਿੱਚ ਫਸੇ ਰਹਿਣਾ। ਇਉਂ ਬੁਰੇ ਕੰਮ ਵਾਸਤੇ ਤੇ ਮਨ ਵਿੱਚ ਬੜਾ ਚਾਅ ਤੇ ਚੰਗੇ ਕੰਮ ਵਾਸਤੇ ਆਲਸ ਆਉਣਾ,
ਇਹ ਹਜ਼ੂਰ ਕਹਿੰਦੇ ਗੁਨਾਹਾਂ ਦਾ ਕਰਕੇ ਹੈ ਕਿ ਪਿਛਲੇ ਜਨਮ ਵਿੱਚ ਗੁਨਾਹ ਇੰਨੇ ਜ਼ਿਆਦੇ ਕੀਤੇ ਹੈ, ਜਿਸ ਕਰਕੇ ਕਿ ਮੱਤ ਤੇ ਪੜਦਾ ਪਿਆ ਰਹਿੰਦਾ ਹੈ, ਮਲੀਨ ਰਹਿੰਦੀ ਹੈ ਮੱਤ। ਇਹ ਸਤਿਗੁਰੂ ਜੀ ਕਹਿੰਦੇ ਖਤਿਓਂ ਜੰਮੇ, ਇਹ ਪਿੱਛੇ ਗੁਨਾਹਾਂ ਨੂੰ ਕਰਦੇ ਹੋਏ ਹੁਣ ਜੰਮ ਪਏ ਆ, ਜਨਮ ਲੈ ਲਿਆ ਹੈ ਖਤੇ ਕਰ। ਹੁਣ ਮਹਾਰਾਜ ਕਹਿੰਦੇ ਭਾਈ ਖਤੇ ਗੁਨਾਹਾਂ ਨੂੰ ਕਰੀ ਜਾਂਦੇ ਆ, ਗੁਨਾਹਾਂ ਦੇ ਵਿੱਚ ਹੀ ਰਾਤ ਦਿਨ ਤੁਰੇ ਫਿਰਦੇ ਆ, ਨਿਤ ਖਤਿਆਂ ਵਿੱਚ ਪਾਹੇ। ਤੇ ਖਾਤਾ ਸਾਧ ਸੰਗਤ ਜੀ ਟੋਏ ਨੂੰ ਵੀ ਕਹਿੰਦੇ ਆ। ਫਿਰ ਮਹਾਰਾਜ ਕਹਿੰਦੇ ਜਦੋਂ ਗੁਨਾਹਾਂ ਚੋਂ ਨਹੀਂ ਬਾਹਰ ਆਉਂਦੇ ਤੇ ਉਹਨਾਂ ਪਾਪਾਂ ਗੁਨਾਹਾਂ ਕਰਕੇ ਹੀ ਫਿਰ ਇਹਨਾਂ ਨੂੰ ਜਿਹੜਾ ਹੈ ਨਰਕਾਂ ਦੇ ਖਾਤੇ ਵਿੱਚ ਜਿਹੜਾ ਹੈ ਉਹ ਪੈਣਾ ਪੈਂਦਾ ਹੈ। ਨਿਤ ਖਤਿਆਂ ਵਿੱਚ ਪਾਹੇ, ਨਿਤਾ ਪ੍ਰਤੀ ਮਾਤਾ ਦੇ ਉਦਰ ਰੂਪੀ ਖਾਤੇ ਟੋਇਆਂ ਦੇ ਅੰਦਰ ਇਹਨਾਂ ਨੂੰ ਫਿਰ ਪਾਹੇ ਪੈਣਾ ਪੈਂਦਾ ਹੈ। ਗੁਨਾਹਾਂ ਦੇ ਕਰਕੇ ਹੀ ਇਹ ਜਿਹੜਾ ਹੈ ਗੇੜ ਮੁੱਕਦਾ ਨਹੀਂ। ਇਸ ਤਰ੍ਹਾਂ ਹਜ਼ੂਰ ਕਹਿੰਦੇ ਜੀਵ ਭਾਈ ਗੁਨਾਹਾਂ ਨੂੰ ਕਰਦੇ ਹੋਏ ਜਨਮ ਲਿਆ ਹੈ, ਇੱਥੇ ਵੀ ਗੁਨਾਹਾਂ ਦੇ ਵਿੱਚ ਹੀ ਫਸੇ ਹੋਏ ਹੈ। ਤੇ ਅੱਗੇ ਨੂੰ ਵੀ ਮਹਾਰਾਜ ਨੇ ਕਿਹਾ ਗੁਨਾਹਾਂ ਦੇ ਕਰਨੇ ਕਰਕੇ ਫਿਰ ਜੂਨੀਆਂ ਰੂਪੀ ਖਾਤਿਆਂ 'ਚ ਟੋਇਆਂ 'ਚ ਪਾਏ ਜਾਣਗੇ, ਸਦਾ ਹੀ ਜਿਹੜੇ ਭਾਈ ਗੁਨਾਹਾਂ 'ਚ ਹੀ ਪਏ ਰਹਿੰਦੇ ਆ। ਤੋਤੇ ਮੂਲ ਨਾ ਉਤਰਹਿ। ਮਹਾਰਾਜ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਆ ਕਿ ਜੇ ਕੋਈ ਤੀਰਥਾਂ ਤੇ ਇਸ਼ਨਾਨ ਕਰਨੇ ਕਰਕੇ ਕਹੇ ਕਿ ਇਹ ਜਿਹੜੀ ਗੁਨਾਹਾਂ ਦੀ ਮੈਲ ਲੱਗੀ ਹੋਈ ਹੈ ਮਨ ਦੇ ਉੱਤੇ, ਮਹਾਰਾਜ ਨੇ ਫਰਮਾਇਆ ਤੋਤੇ ਮੂਲ ਨਾ ਉਤਰੈ। ਤੋਤਿਆਂ ਮੂਲੋਂ ਹੀ ਉੱਕਾ ਹੀ ਤੀਰਥ ਤੇ ਨਹਾਉਣ ਨਾਲ ਇਹ ਮਨ ਦੇ ਉੱਤੇ ਗੁਨਾਹਾਂ ਦੀ ਲੱਗੀ ਹੋਈ ਮੈਲ ਜਿਹੜੀ ਹੈ ਇਹ ਉਤਰਦੀ ਨਹੀਂ ਹੈ। ਜੇ ਕੋਈ ਤੀਰਥ ਤੇ ਨਹਾ ਕੇ ਫਿਰ ਸਾਧ ਸੰਗਤ ਜੀ ਪਰਮੇਸ਼ਰ ਦੇ ਅੱਗੇ ਜਾਚਨਾ ਕਰਦਾ ਹੈ, ਪ੍ਰਾਸ਼ਚਿਤ ਕਰਮ ਕਰਦਾ ਹੈ ਕਿ ਹੇ ਪਰਮੇਸ਼ਰ ਮੈਨੂੰ ਮੇਰੇ ਗੁਨਾਹਾਂ ਦੀ ਮਾਫੀ ਦੇ, ਮੈਂ ਅੱਗੇ ਤੋਂ ਬੁਰੇ ਕਰਮ ਨਹੀਂ ਕਰਾਂਗਾ। ਤੇ ਫਿਰ ਉਹਦੇ ਗੁਨਾਹਾਂ ਦੇ ਬਖਸ਼ੇ ਜਾਣ ਲਈ ਪਰਮੇਸ਼ਰ ਦਾ ਭਜਨ ਕਰੇ, ਫਿਰ ਤਾਂ ਇਹ ਰਾਹ ਹੈ। ਪਰ ਜੇ ਕਹੇ ਕਿ ਤੀਰਥ ਨਹਾਏ ਕਹੇ ਸਭ ਉਤਰੇ, ਤੀਰਥ ਨਹਾ ਕੇ ਕਹੇ ਕਿ ਸਾਰੇ ਪਾਪ ਉਤਰ ਗਏ ਐ, ਬਹੁਰ ਕਮਾਵੈ ਹੋਏ ਨਸੰਗ, ਬਹੁਰੋਂ ਫੇਰ ਕਮਾਉਣ ਲੱਗ ਪਵੇ ਨਸੰਗ ਹੋ ਕੇ, ਪਹਿਲੇ ਤਾਂ ਲਾ ਆਏ ਆ ਤੇ ਹੁਣ ਹੋਰ ਕਰ ਲਈਏ ਕੀ ਲੱਗਣ ਲੱਗਾ ਹੈ। ਇਉਂ ਸਾਲ ਦੇ ਵਿੱਚ ਇੱਕ ਵਾਰੀ ਜਾ ਕੇ ਤੀਰਥ ਤੇ ਨਹਾ ਆਵੇ ਤੇ ਬਾਕੀ ਸਾਲ ਦੇ ਸਾਰੇ ਦਿਨ ਗੁਨਾਹ ਕਰੀ ਜਾਵੇ, ਕਹੇ ਕਿ ਤੀਰਥ ਤੇ ਨਹਾ ਕੇ ਆਪਾਂ ਲਾ ਲਈਦੇ ਐ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਧੋਤੇ ਮੂਲ ਨਾ ਉਤਰੈ, ਮੂਲੋਂ ਹੀ ਉੱਕਾ ਹੀ। ਇਉਂ ਤੀਰਥਾਂ ਤੇ ਨਹਾਉਣ ਨਾਲ ਸਤਿਗੁਰੂ ਜੀ ਕਹਿੰਦੇ ਮਨ ਦੇ ਉੱਤੇ ਜਿਹੜੀ ਗੁਨਾਹਾਂ ਦੀ ਮੈਲ ਲੱਗੀ ਹੋਈ ਹੈ ਪਾਪਾਂ ਦੀ, ਉਹ ਸਤਿਗੁਰੂ ਜੀ ਕਹਿੰਦੇ ਭਾਈ ਉਤਰ ਨਹੀਂ ਸਕਦੀ ਹੈ। ਜਿਵੇਂ ਉਹ ਕਬੀਰ ਸਾਹਿਬ ਜੀ ਨੇ ਤੁੰਬੜੀ ਦਾ ਦ੍ਰਿਸ਼ਟਾਂਤ ਦਿਖਾਇਆ ਸੀ ਨਾ, ਕਿ ਉਹ ਕਦੇ ਵੀ ਸਾਧ ਸੰਗਤ ਜੀ ਜਿਹੜੀ ਤੁੰਬੀ ਹੈ ਉਹ ਮਿੱਠੀ ਨਹੀਂ ਹੋ ਸਕਦੀ। ਤੀਰਥਾਂ ਤੇ ਨਹਾਉਣ ਨਾਲ ਮਨ ਦੀ ਮੈਲ ਜਿਹੜੀ ਹੈ ਉਹ ਨਹੀਂ ਉਤਰ ਸਕਦੀ, ਨਹੀਂ ਜਾ ਸਕਦੀ, ਜਿਹੜੇ ਅੰਦਰ ਵਿਕਾਰਾਂ ਦੀ ਮੈਲ ਲੱਗੀ ਹੈ ਮਨ ਨੂੰ। ਜੇ ਸਾ ਧੋਵਣ ਪਾਹੇ, ਇੱਕ ਵਾਰੀ ਨਹੀਂ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਸੈਂਕੜੇ ਵਾਰੀ ਹੀ ਧੋਣਾ ਕਰੇ ਨਾ ਤੇ ਤਾਂ ਵੀ ਬਾਹਰੋਂ ਤੀਰਥ ਤੇ ਨਹਾਉਣ ਨਾਲ ਮਨ ਸੁੱਚਾ ਨਹੀਂ ਹੋ ਸਕਦਾ ਹੈ, ਮਨ ਦੀ ਮੈਲ ਉਤਰ ਨਹੀਂ ਸਕਦੀ ਹੈ। ਜੇ ਕੋਈ 100 ਵਾਰੀ ਯਤਨ ਕਰੇ ਕਿ ਮੈਂ 100 ਤੀਰਥ ਨਹਾ ਲਏ ਐ ਜਾਂ 100 ਵਾਰੀ ਤੀਰਥ ਤੇ ਨਹਾ ਲਿਆ ਏ, ਹਜ਼ੂਰ ਕਹਿੰਦੇ ਇਹ ਗੁਨਾਹਾਂ ਦੀ ਪਈ ਹੋਈ ਮੈਲ ਜਿਹੜੀ ਆ ਮਨ ਤੋਂ ਇਹ ਨਹੀਂ ਉਤਰਦੀ ਆ। ਨਾਨਕ ਬਖਸ਼ੇ ਬਖਸ਼ਿਆ ਹੈ। ਸਤਿਗੁਰੂ ਜੀ ਨੂੰ ਸਿੱਖ ਪੁੱਛਦੇ ਮਹਾਰਾਜ ਫਿਰ ਕੋਈ ਚਾਰਾ ਹੈ ਜੀਵ ਦੇ ਬਚਣ ਦਾ? ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਜਿਹੜਾ ਮੇਰਾ ਬਖਸ਼ਿੰਦ ਹੈ ਨਾ ਵਾਹਿਗੁਰੂ, ਜੇ ਉਹਦੇ ਚਰਨਾਂ ਨਾਲ ਜੁੜ ਜਾਈਏ ਨਾ ਤੇ ਬਖਸ਼ਿੰਦ ਵਾਹਿਗੁਰੂ ਹੀ ਬਖਸ਼ ਲਵੇ ਨਾ, ਤੇ ਫੇਰ ਹੀ ਮਹਾਰਾਜ ਨੇ ਕਿਹਾ ਜੀਵ ਜਿਹੜੇ ਐ ਉਹ ਬਖਸ਼ੇ ਜਾ ਸਕਦੇ ਐ। ਫੇਰ ਹੀ ਗੁਨਾਹਾਂ ਦੀ ਮੈਲ ਜਿਹੜੀ ਹੈ ਲੱਥਦੀ ਐ, ਜਦੋਂ ਬਖਸ਼ਣ ਵਾਲਾ ਨਿਰੰਕਾਰ ਬਖਸ਼ ਲਵੇ। ਨਾਹੇ ਤਾਂ ਪਾਹੇ ਪਾਹੇ, ਨਹੀਂ ਤਾਂ ਮਹਾਰਾਜ ਕਹਿੰਦੇ ਗੁਨਾਹਾਂ ਦੇ ਕਰਨ ਬਦਲੇ ਪੈਂਦੀਆਂ ਹੀ ਪੈਂਦੀਆਂ ਹਨ। ਇਹਦੇ ਵਿੱਚ ਕਦੇ
ਕੋਈ ਇਹ ਨਹੀਂ ਸਮਝਣਾ ਚਾਹੀਦਾ ਕਿ ਮੈਂ ਬਚ ਜਾਵਾਂਗਾ। ਤੀਰਥ ਤੇ ਨਹਾ ਕੇ ਕਹੇ ਕਿ ਉਤਰ ਗਏ ਆ ਗੁਨਾਹ ਸਾਰੇ, ਅੱਗੇ ਨੂੰ ਫਿਰ ਕਰਨ ਲੱਗ ਜਾਵੇ। ਮਹਾਰਾਜ ਕਹਿੰਦੇ ਭਾਈ ਉੱਥੇ ਤਾਂ ਮਾਰ ਫਿਰ ਪੈਂਦੀ ਹੈ ਜ਼ਰੂਰ, ਗੁਨਾਹਾਂ ਦੇ ਕਰਨੇ ਕਰਕੇ। ਇਸੇ ਪ੍ਰਕਾਰ ਹੀ ਨਾਨਕ ਬਖਸ਼ੇ ਬਖਸ਼ੀਆ ਹੈ। ਸਤਿਗੁਰੂ ਜੀ ਕਹਿੰਦੇ ਮੇਰਾ ਵਾਹਿਗੁਰੂ ਜਦੋਂ ਗੁਰਸਿੱਖੋ ਜੇ ਬਖਸ਼ਣਾ ਚਾਹੇ ਨਾ ਤਾਂ ਫਿਰ ਜੀਵ ਜਿਹੜੇ ਆ ਬਖਸ਼ੇ ਜਾਂਦੇ ਆ। ਇਹਨਾਂ ਦੇ ਗੁਨਾਹ ਜਿਹੜੇ ਆ ਉਹ ਜੇ ਮਹਾਰਾਜ ਸਾਹਿਬ ਜੀ ਦੇ ਅੱਗੇ ਬੇਨਤੀਆਂ ਕਰੀਏ ਨਾ, ਅਸੀਂ ਖੱਤੇ ਬਹੁਤ ਕਮਾਉਂਦੇ, ਕਿਛ ਅੰਤ ਨਾ ਪਾਰਾਵਾਰ, ਹਰ ਕਿਰਪਾ ਕਰਕੇ ਬਖਸ਼ ਲਹੋ, ਹਉ ਪਾਪੀ ਵੱਡ ਗੁਨਹਗਾਰ। ਮਹਾਰਾਜ ਇੱਕ ਕੋਈ ਗਲਤੀ ਹੈ, ਗਲਤੀਆਂ ਨਾਲ ਭਰੇ ਹੋਏ ਆ ਸੱਚੇ ਪਾਤਸ਼ਾਹ। ਔਗਣ ਹੀ ਔਗਣ ਹੈ, ਵਕਾਰ ਹੀ ਵਕਾਰ, ਪਾਪ ਹੀ ਪਾਪ। ਮਹਾਰਾਜ ਦੇ ਅੱਗੇ ਜੇ ਹੱਥ ਜੋੜ ਕੇ ਬੇਨਤੀਆਂ ਕਰੀਏ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ ਕਿ ਭਾਈ ਜਿਹੜਾ ਇਉਂ ਨਿਰੰਕਾਰ ਦੇ ਅੱਗੇ ਨਿਮਰਤਾ ਨਾਲ ਬੇਨਤੀਆਂ ਕਰਦਾ ਨਾ, ਫਿਰ ਮੇਰਾ ਵਾਹਿਗੁਰੂ ਉਹਦੇ ਤਾਈਂ ਬਖਸ਼ ਲੈਂਦਾ ਹੈ। ਭਾਈ ਗੁਰਦਾਸ ਜੀ ਨੇ ਵੀ ਕਿਹਾ ਨਾ, ਸਿਮਰ ਮੁਰੀਦਾਂ ਢਾਡੀਆਂ ਸਤਿਗੁਰ ਬਖਸ਼ਣ ਦਾ। ਭਾਈ ਢਾਡੀ ਬਣ ਕੇ, ਕੀਰਤਨੀਏ ਬਣ ਕੇ ਮਹਾਰਾਜ ਦੇ ਅੱਗੇ ਅਰਦਾਸਾਂ ਕਰਨੀਆਂ ਚਾਹੀਦੀਆਂ ਹਨ। ਸੱਚੇ ਪਾਤਸ਼ਾਹ ਮਹਾਰਾਜ ਮੈਂ ਔਗੁਣਾਂ ਦਾ ਭਰਿਆ ਹੋਇਆ, ਇੰਨੇ ਖਤੇ ਗੁਨਾਹ ਹਨ ਗਿਣੇ ਨਹੀਂ ਜਾ ਸਕਦੇ। ਤੇ ਮਹਾਰਾਜ ਕਹਿੰਦੇ ਨੇ ਜਦੋਂ ਫਿਰ ਮੇਰਾ ਵਾਹਿਗੁਰੂ ਤਰਸ ਕਰੇ, ਜੇ ਬਖਸ਼ਣ ਲੱਗੇ ਤਾਂ ਫਿਰ ਇੱਕ ਖਿੰਨ 'ਚ ਹੀ ਸਾਰੇ ਗੁਨਾਹ ਬਖਸ਼ ਦਿੰਦਾ ਹੈ। ਮਹਾਰਾਜ ਐਡੇ ਸਮਰੱਥ ਵੈ, ਛਿਨ ਮਾਤਰ ਸਮੇਂ 'ਚ ਹੀ ਸਾਰੇ ਗੁਨਾਹਾਂ ਦਾ ਭਾਰ ਲਾ ਦਿੰਦੇ ਆ ਸਿਰ ਤੋਂ। ਜੇ ਉਹ ਬਖਸ਼ਣ ਵਾਲਾ ਬਖਸ਼ਿੰਦ ਵਾਹਿਗੁਰੂ ਬਖਸ਼ ਲਵੇ ਤਾਂ ਹੀ ਜੀਵ ਜਿਹੜੇ ਆ ਉਹ ਬਖਸ਼ੇ ਜਾਂਦੇ ਆ। ਨਾਹੇ ਤਾਂ ਪਾਹੇ ਨਹੀਂ ਤਾਂ ਮਹਾਰਾਜ ਕਹਿੰਦੇ ਪਾਹੀ ਪੈਰਾਂ 'ਚ ਪੈਣ ਵਾਲੀ ਕਿਹੜੀ ਹੁੰਦੀ ਹੈ? ਜੁੱਤੀ। ਮਹਾਰਾਜ ਕਹਿੰਦੇ ਭਾਈ ਜੁੱਤੀਆਂ ਦੀ ਪਾਹੀ ਮਾਰ ਜਿਹੜੀ ਉਹ ਪੈਂਦੀ ਹੈ, ਫਿਰ ਨਹੀਂ ਬਚ ਸਕਦਾ ਹੈ। ਇਹ ਜੇ ਗੁਨਾਹ ਕੀਤੇ ਆ ਨਾ ਤੇ ਇਹ ਨਾ ਸਮਝੇ ਕਿ ਕੋਈ ਪੁੱਛਣ ਵਾਲਾ ਨਹੀਂ, ਇਹ ਹੁਣ ਤਾਂ ਲੁਕਾ ਕੇ ਜੀਵ ਕਰੀ ਜਾਂਦਾ ਹੈ ਤੇ ਕੌਣ ਪੁੱਛਣ ਵਾਲਾ ਹੈ। ਇਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਕਿ ਬਹੁਤਾ ਜ਼ਿਆਦਾ ਗੁਨਾਹਾਂ ਦੀਆਂ ਪੰਡਾਂ ਚੱਕ ਲਈਆਂ, ਪਾਪਾਂ ਦਾ ਭਾਰ ਸਿਰ ਤੇ ਚੱਕ ਲਿਆ, ਪਰ ਪਰਲੋਕ ਦਾ ਕੋਈ ਅੱਗੇ ਪਤਾ ਨਹੀਂ। ਇੰਨਾ ਮਨ ਗਾਫਲ ਹੈ, ਕੋਈ ਸੋਝੀ ਨਹੀਂ ਹੈ। ਤੇ ਜੇ ਇਹਨੂੰ ਪਤਾ ਲੱਗ ਜਾਵੇ ਕਿ ਅੱਗੇ ਤਾਂ ਮਾਰ ਪਵੇਗੀ, ਜਿਹੜੇ ਗੁਨਾਹ ਮੈਂ ਕਰ ਰਿਹਾ ਹਾਂ, ਗਰੀਬਾਂ ਦਾ ਹੱਕ ਦਬਾ ਰਿਹਾ ਹਾਂ, ਕੌੜਾ ਬੋਲ ਰਿਹਾ ਹਾਂ, ਇੰਨਾ ਹੰਕਾਰ ਕਰ ਰਿਹਾ ਹਾਂ, ਜੇ ਇਹਨੂੰ ਪਤਾ ਲੱਗ ਜੇ ਫਿਰ ਤਾਂ ਭੈ ਮੰਨੇ ਨਾ, ਪਤਾ ਹੀ ਨਹੀਂ ਲੱਗਦਾ, ਗਾਫਲ ਹੋਇਆ। ਜੇ ਕੋਈ ਪਤਾ ਲੱਗ ਜੇ ਤੇ ਤਾਂ ਹੀ ਪੂਰੇ ਗੁਰੂ ਜੀ ਦੇ ਅੱਗੇ ਅਰਦਾਸ ਕਰੇ, ਸੱਚੇ ਪਾਤਸ਼ਾਹ ਜੀ ਅਸੀਂ ਤਾਂ ਮਹਾਰਾਜ ਜਿਹੜਾ ਹੈ ਖਿਨ ਭੂਲਨਹਾਰ, ਬਖਸ਼ਨਹਾਰ ਬਖਸ਼ ਲੈ, ਨਾਨਕ ਪਾਰ ਉਤਾਰ, ਲਿਖੈ ਕਤੈ ਨਾ ਛੂਟੀਏ। ਮਹਾਰਾਜ ਅਸੀਂ ਲੇਖੇ ਨਾਲ ਨਹੀਂ ਛੁੱਟ ਸਕਣਾ, ਕਿਉਂਕਿ ਛਿਨ ਮਾਤਰ ਅਸੀਂ ਭੁੱਲਾਂ ਕਰਦੇ ਹਾਂ, ਗਲਤੀਆਂ ਕਰਦੇ ਹਾਂ। ਆਪ ਮਹਾਰਾਜ ਸਾਡੇ ਤੇ ਤਰਸ ਕਰੋ, ਸਾਨੂੰ ਬਖਸ਼ ਲਓ। ਜਿਹੜੇ ਇਸ ਤਰ੍ਹਾਂ ਫਿਰ ਬੇਨਤੀਆਂ ਕਰਦੇ ਆ ਉਹਨੂੰ ਮੇਰਾ ਵਾਹਿਗੁਰੂ ਬਖਸ਼ ਲੈਂਦਾ, ਉਹਨੂੰ ਤਰਸ ਪੈ ਜਾਂਦਾ ਨਿਰੰਕਾਰ ਨੂੰ। ਤੇ ਮਹਾਰਾਜ ਨੇ ਕਿਹਾ ਜੇ ਭਾਈ ਗੁਨਾਹਾਂ 'ਚ ਹੀ ਲੱਗਾ ਰਹੇ, ਗੁਰੂ ਸਾਹਿਬ ਦੇ ਅੱਗੇ ਬੇਨਤੀਆਂ ਨਾ ਕਰੇ, ਨਿਰੰਕਾਰ ਦੇ ਅੱਗੇ ਬੇਨਤੀਆਂ ਨਾ ਕਰੇ, ਫਿਰ ਤਾਂ ਮਹਾਰਾਜ ਕਹਿੰਦੇ ਨੇ ਜਿਹੜੀ ਆ ਜੁੱਤੀ ਪਾਹੀ ਪੈਰਾਂ 'ਚ ਪੈਣ ਵਾਲੀ ਉਹ ਪੈਂਦੀ ਹੈ ਮਾਰ, ਫਿਰ ਨਰਕਾਂ ਵਿੱਚ ਕੋਈ ਬਚਾ ਨਹੀਂ ਸਕਦਾ, ਜਮਾਂ ਦੀ ਮਾਰ ਪੈਂਦੀ ਆ। ਮਹੱਲਾ ਪਹਿਲਾ। ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅੱਗੇ ਮਹੱਲਾ ਸਤਿਗੁਰੂ ਜੀ ਉਚਾਰਨ ਕਰਦੇ ਆ। ਪਹਿਲੇ ਸਰੂਪ ਸਤਿਗੁਰੂ ਜੀ ਨਾਨਕ ਬੋਲਣ ਝਖਣਾ। ਸਤਿਗੁਰੂ ਜੀ ਕਹਿੰਦੇ ਆ ਕਿ ਜਿਹੜਾ ਐਸਾ ਬੋਲਣਾ ਨਾ ਕਿ ਮੈਨੂੰ ਪਰਮੇਸ਼ਰ ਨੇ ਦੁੱਖ ਕਿਉਂ ਦਿੱਤਾ ਹੈ, ਇਹ ਮਹਾਰਾਜ ਕਹਿੰਦੇ ਝਖਾਂ ਹੀ ਮਾਰਨ ਦੇ ਬਰਾਬਰ ਹੈ। ਦੁੱਖ ਛੱਡ ਮੰਗਿਆ ਹੈ ਸੁਖ। ਦੁੱਖਾਂ ਨੂੰ ਛੱਡ ਕਰਕੇ ਕਿ ਮੈਨੂੰ ਦੁੱਖ ਕਿਉਂ ਮਿਲ ਰਹੇ ਆ। ਕਈ ਇਉਂ ਹੀ ਬੜਾ ਜ਼ਿਆਦਾ ਪਰਮੇਸ਼ਰ ਦੇ ਉੱਤੇ ਦੋਸ਼ਣ ਅਰੂਪਦੇ ਹੈ ਕਿ ਇਹ ਮੇਰਾ ਹੀ ਨੁਕਸਾਨ ਕਿਉਂ ਹੁੰਦਾ ਹੈ, ਮੈਨੂੰ ਹੀ ਕਿਉਂ ਦੁੱਖ ਲੱਗਦਾ ਹੈ, ਇਹ ਮੇਰੇ ਨਾਲ ਹੀ ਕਿਉਂ ਏਦਾਂ ਹੁੰਦਾ, ਬਾਕੀ ਸਾਰੇ ਸੁਖੀ ਵਸਦੇ ਆ। ਹਜ਼ੂਰ ਕਹਿੰਦੇ ਆ ਕਿ ਇਹ ਦੁੱਖਾਂ ਨੂੰ ਜਿਹੜਾ ਹੈ ਨਾ ਬੜਾ ਜ਼ਿਆਦਾ ਕਹਿੰਦਾ ਕਿ ਮੈਨੂੰ ਕਿਉਂ ਲੱਗਦੇ ਆ।
ਤੇ ਦੁੱਖਾਂ ਨੂੰ ਛੱਡ ਕਰਕੇ ਜਿਹੜਾ ਸੁੱਖ ਮੰਗਣੇ ਆ ਨਾ ਪਰਮੇਸ਼ਰ ਦੇ ਕੋਲੋਂ, ਮਾਇਕੀ ਸੁੱਖ, ਪਦਾਰਥਾਂ ਦੇ ਸੁੱਖ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਬੋਲਣਾ ਜਿਹੜਾ ਨਾ ਫਜ਼ੂਲ ਹੀ ਹੈ, ਝਖਾਂ ਹੀ ਮਾਰਨੀਆਂ ਹਨ। ਵੇਖੋ ਹੁਣ ਸੰਸਾਰ ਸਾਰਾ ਜਿਹੜਾ ਨਾ ਉਹ ਸਾਧ ਸੰਗਤ ਜੀ ਜਿਹੜਾ ਹੈ ਕੋਈ ਵੀ ਦੁੱਖ ਥੋੜਾ ਮੰਗਦਾ ਹੈ, ਸਾਰੇ ਸੁੱਖ ਹੀ ਮੰਗਦੇ ਹੈ। ਪਰ ਸੱਚੇ ਪਾਤਸ਼ਾਹ ਜੀ ਮਹਾਰਾਜ ਇੱਥੇ ਦੱਸਦੇ ਹੈ ਕਿ ਭਾਈ ਪਰਮੇਸ਼ਰ ਦਾ ਜਿਹੜਾ ਭਾਣਾ ਹੈ ਨਾ ਉਹਨੂੰ ਮਿੱਠਾ ਕਰਕੇ ਮੰਨਣਾ ਚਾਹੀਦਾ ਹੈ। ਜੇ ਕੋਈ ਪਰਮੇਸ਼ਰ ਨੇ ਹੁਕਮ 'ਚ ਲਿਖਿਆ ਹੋਇਆ ਹੈ ਤੇ ਭਾਈ ਪਿਛਲੇ ਕੀਤੇ ਹੋਏ ਗੁਨਾਹ ਨੇ, ਉਹਨਾਂ ਗੁਨਾਹਾਂ ਕਰਕੇ ਜੇ ਦੁੱਖ ਮਿਲ ਰਿਹਾ ਹੈ, ਉਹਦਾ ਭੁਗਤਾਨ ਹੋ ਰਿਹਾ ਹੈ, ਤੇ ਇਹ ਕਿਵੇਂ ਹੋ ਜਾਵੇਗਾ ਫਿਰ ਕਿ ਭਾਈ ਆਪਾਂ ਪਰਮੇਸ਼ਰ ਦੇ ਅੱਗੇ ਦੋਸ਼ਣੀ ਅਰੂਪਣ ਕਰੀ ਜਾਈਏ, ਪਰਮੇਸ਼ਰ ਨੂੰ ਹੀ ਮਾੜਾ ਕਹੀ ਜਾਈਏ ਕਿ ਕਿਉਂ ਮੈਨੂੰ ਦੁੱਖ ਲੱਗਦਾ ਹੈ, ਮੇਰੇ ਨਾਲ ਹੀ ਇਦਾਂ ਕਿਉਂ ਹੁੰਦਾ ਹੈ। ਜਿਹੜਾ ਇਉਂ ਕਹਿਣਾ ਹੈ ਨਾ, ਹਜੂਰ ਨੇ ਕਿਹਾ ਇਹ ਤਾਂ ਭਾਈ ਫਿਰ ਪੜੋ ਪੰਕਤੀ, ਨਾਨਕ ਬੋਲਣ ਝਖਣਾ। ਹਜੂਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆ ਇਹ ਜਿਹੜਾ ਬੋਲਣਾ ਹੈ ਨਾ ਇਹ ਝਖਾਂ ਹੀ ਮਾਰਨੀਆਂ ਹਨ। ਪਰਮੇਸ਼ਰ ਦੇ ਅੰਦਰ ਦੋਸ਼ ਆਰੋਪਣਾ, ਦੋਸ਼ ਆਪਣੇ ਵਿੱਚ ਵੇਖਣਾ ਚਾਹੀਦਾ। ਦੱਦਾ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਇਉਂ ਹਜੂਰ ਨੇ ਕਿਹਾ ਇਹ ਝਖਾਂ ਹੀ ਮਾਰਨ ਦੇ ਬਰਾਬਰ ਹੈ, ਫਜ਼ੂਲ ਹੈ ਇਹ ਬੋਲਣਾ। ਦੁੱਖ ਛੱਡ ਮੰਗਿਆ ਹੈ ਸੁੱਖ, ਦੁੱਖਾਂ ਨੂੰ ਛੱਡ ਕਰਕੇ ਜੀਵ ਜਿਹੜਾ ਨਾ ਉਹ ਸੁੱਖ ਮੰਗਦਾ ਹੈ ਕਿ ਮੈਨੂੰ ਸੁੱਖ ਮਿਲ ਜਾਣ, ਬਹੁਤਾ ਜ਼ਿਆਦਾ ਮੈਂ ਆਨੰਦਿਤ ਹੋਵਾਂ। ਉਹਦੇ ਬਦਲੇ ਭਜਨ ਕਰਨਾ ਹੀ ਨਹੀਂ ਚਾਹੁੰਦਾ, ਨਾਮ ਜਪਣਾ ਨਹੀਂ ਚਾਹੁੰਦਾ, ਸੁੱਖ ਸਾਰੇ ਮੰਗੀ ਜਾਂਦਾ ਮਹਾਰਾਜ ਦੇ ਕੋਲੋਂ, ਤੇ ਦੁੱਖ ਕਹਿੰਦਾ ਮੈਨੂੰ ਆ ਕੇ ਕੋਈ ਵੀ ਨਾ ਲੱਗੇ। ਇਸ ਤਰ੍ਹਾਂ ਜਿਹੜਾ ਇੱਛਾ ਕਰਨੀ ਹੈ, ਹਜ਼ੂਰ ਕਹਿੰਦੇ ਭਾਈ ਫਜ਼ੂਲ ਹੀ ਹੈ, ਝਖਾਂ ਮਾਰਨ ਦੇ ਬਰਾਬਰ ਹੈ। ਸੁਖ ਦੁੱਖ ਦੋਏ ਦਰ ਕੱਪੜੇ, ਇਹ ਜਿਹੜੇ ਸੁੱਖ ਤੇ ਦੁੱਖ ਹਨ ਨਾ ਇਹ ਦੋਵੇਂ ਦਰ ਤੋਂ ਮਹਾਰਾਜ ਕਿਹਾ ਕਿ ਕੱਪੜੇ ਪ੍ਰਾਪਤ ਹੋਏ ਆ ਜੀਵ ਨੂੰ ਪਹਿਰਨ ਵਾਸਤੇ। ਪਹਿਰ ਹੈ ਜਾਏ ਮਨੁੱਖ, ਜਿਹੜਾ ਜਾਏ ਦਾ ਅਰਥ ਹੈ ਪੈਦਾਇਸ਼ ਹੋ ਕਰਕੇ, ਜਦੋਂ ਪੈਦਾ ਹੁੰਦਾ ਜਾਏ, ਜਦੋਂ ਇਹਦਾ ਜਨਮ ਹੁੰਦਾ ਹੈ, ਮਹਾਰਾਜ ਕਹਿੰਦੇ ਉਦੋਂ ਭਾਈ ਸੰਸਾਰ ਦੇ ਅੰਦਰ ਇਹ ਨਾ ਦੋਵੇਂ ਤਰ੍ਹਾਂ ਦੇ ਕੱਪੜੇ ਪਹਿਰ ਕਰਕੇ ਇਹਦਾ ਜਨਮ ਹੁੰਦਾ ਹੈ ਸੰਸਾਰ ਦੇ ਅੰਦਰ। ਜਿਹੜੇ ਸਾਧ ਸੰਗਤ ਜੀ ਪੁੰਨ ਕਰਮ ਕੀਤੇ ਹੈ, ਉਹਨਾਂ ਪੁੰਨਾਂ ਦੇ ਬਦਲੇ ਇਹਨੂੰ ਸੁਖ ਰੂਪੀ ਵਸਤਰ ਪਹਿਰਨ ਨੂੰ ਪ੍ਰਾਪਤ ਹੁੰਦਾ ਹੈ, ਤੇ ਜਿਹੜੇ ਗੁਨਾਹ ਕੀਤੇ ਹੈ, ਪਾਪ ਕੀਤੇ ਹੈ, ਉਹਨਾਂ ਪਾਪਾਂ ਦੇ ਬਦਲੇ ਫਿਰ ਇਹਨੂੰ ਜਿਹੜਾ ਹੈ ਉਹ ਦੁੱਖ ਰੂਪੀ ਵਸਤਰ ਜਿਹੜਾ ਹੈ ਉਹ ਪਹਿਰਨ ਨੂੰ ਪ੍ਰਾਪਤ ਹੁੰਦਾ ਹੈ। ਇਸ ਮਨੁੱਖਾ ਜਨਮ ਵਿੱਚ ਜਿਹੜਾ ਵੀ ਆਇਆ ਨਾ, ਹਜੂਰ ਦੇ ਵਾਕ ਨੇ, ਸੁੱਖ ਦੁੱਖ ਦੋਏ ਦਰ ਕੱਪੜੇ, ਇਹ ਪਰਮੇਸ਼ਰ ਦੇ ਦਰ ਤੋਂ ਹਰੇਕ ਨੂੰ ਕੱਪੜੇ ਦੇ ਰੂਪ ਵਿੱਚ ਪ੍ਰਾਪਤ ਹੋਏ ਹੈ। ਹਰੇਕ ਜੀਵ ਪਹਿਰ ਕੇ ਆਇਆ ਹੈ। ਨਹੀਂ ਤਾਂ ਵੇਖ ਲਓ ਸ਼੍ਰੀ ਰਾਮ ਚੰਦਰ ਜੀ ਐਡੇ ਸਰਬੱਗ ਸੀਗੇ ਤੇ ਉਹਨਾਂ ਨੂੰ ਵੀ ਰੋਣਾ ਪਿਆ ਸੀਗਾ, ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ, ਮਹਾਰਾਜ ਦੀ ਬਾਣੀ ਕਹਿੰਦੀ ਹੈ। ਰੋਵੈ ਰਘੁਵਰ ਸੀ ਸਮੇਤ, ਜਾਨੋ ਮੋਤਨ ਮਾਲ ਟੁੱਟੀ ਹੈ, ਹਨੂਮਾਨ ਨਾਟਕ ਵਿੱਚ ਜ਼ਿਕਰ ਆਉਂਦਾ ਹੈ। ਇਉਂ ਰਘੁਵਰ ਸ਼੍ਰੀ ਰਾਮ ਚੰਦਰ ਜੀ ਸੀਤਾ ਜੀ ਦੇ ਸਮੇਤ ਇਉਂ ਬੈਰਾਗ ਕਰਦੇ ਸੀ ਜਿਵੇਂ ਜਿਹੜਾ ਹੈ ਮੋਤੀਆਂ ਦੀ ਮਾਲਾ ਟੁੱਟ ਗਈ ਹੋਵੇ, ਐਵੇਂ ਹਿੰਝਾਂ ਗਿਰਦੀਆਂ ਸੀਗੀਆਂ ਅੱਖਾਂ ਚੋਂ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਤਾਂ ਮਨੁੱਖਾ ਸਰੀਰ ਜਿਸ ਵੀ ਪਾਇਆ ਨਾ, ਇਹ ਕਦੇ ਹੋ ਸਕਦਾ ਕਿ ਦੁੱਖ ਨਾ ਲੱਗਣ। ਦੁੱਖ ਤਾਂ ਬੜੇ ਬੜੇ ਸਰਬੱਗਾਂ ਨੂੰ ਵੀ ਦੁੱਖ ਭੋਗਣੇ ਪਏ ਐ। ਇਸ ਕਰਕੇ ਇਹ ਜਿਵੇਂ ਮਹਾਰਾਜ ਜੀ ਨੇ ਵਿਕਾਰਾਂ ਦੀ ਬਾਬਤ ਵੀ ਆਖਿਆ ਨਾ ਕਿ ਕਾਮ ਕ੍ਰੋਧ ਕਾ ਚੋਲੜਾ, ਸਭ ਗਲ ਆਏ ਪਾਏ। ਜਿਹੜੇ ਹੈ ਸਭ ਨੇ ਇਹ ਗਲ ਵਿੱਚ ਪਾਇਆ ਹੋਇਆ ਇਹ ਚੋਲੜਾ, ਤੇ ਜਿਨ੍ਹਾਂ ਨੇ ਭਾਈ ਗੁਰੂ ਸਾਹਿਬ ਦੇ ਚਰਨੀ ਲੱਗ ਕਰਕੇ ਸੱਚ ਨੂੰ ਕਮਾਇਆ ਹੈ, ਉਹਨਾਂ ਦੇ ਗੁਨਾਹ ਫਿਰ ਮਹਾਰਾਜ ਮਾਫ ਕਰ ਦਿੰਦੇ ਐ। ਤੇ ਫਿਰ ਕੀ ਹੁੰਦਾ, ਅੱਗੇ ਤੋਂ ਜਨਮ ਨਹੀਂ ਹੁੰਦਾ। ਜਦੋਂ ਜਨਮ ਨਹੀਂ ਹੁੰਦਾ ਫਿਰ ਨਾ ਦੁੱਖ ਨਾ ਸੁੱਖ। ਇਹ ਦੁੱਖ ਤੇ ਸੁੱਖ ਦੋਵੇਂ ਜ਼ਿੰਦਗੀ ਦੇ ਪਹਿਲੂ ਹਨ। ਜਿਹੜਾ ਸਾਧ ਸੰਗਤ ਜੀ ਕੇਵਲ ਕਹੇ ਕਿ ਮੈਂ ਸੁਖੀ ਹੀ ਰਹਾ, ਤੇ ਉਹ ਕਹਿੰਦੇ ਆ ਨਾ ਕਿ ਜਿਵੇਂ ਬੇੜੀ ਨੂੰ ਠੇਲੀਏ ਤੇ ਫਿਰ ਬੇੜੀ ਇੱਕ ਚੱਪੂ ਤੇ ਨਹੀਂ ਨਾ ਚੱਲਦੀ। ਜੇ ਇੱਕ ਚੱਪੂ ਤੇ ਹੀ ਚਲਾਈ ਜਾਵੇ ਤੇ ਬੇੜੀ ਘੁੰਮੀ ਜਾਂਦੀ ਹੈ, ਘੁੰਮੀ ਜਾਂਦੀ ਹੈ, ਉਹ ਅੱਗੇ ਨੂੰ ਨਹੀਂ ਤੁਰਦੀ ਹੈ। ਪਰ ਜਦੋਂ ਉਹਦੇ ਦੋਵੇਂ ਚੱਪੂ ਲਾਈਏ ਨਾ, ਉਦੋਂ ਫਿਰ ਤੁਰਦੀ ਹੈ, ਗਮਜਨ ਹੁੰਦੀ ਹੈ ਅੱਗੇ ਨੂੰ।
ਇਸੇ ਤਰ੍ਹਾਂ ਜੇ ਜੀਵ ਸਾਰੇ ਸੁਖੀ ਹੋ ਜਾਣ ਤੇ ਇਹ ਸੁਖ ਵਿੱਚ ਪਏ ਇੰਨੇ ਗਾਫਲ ਹੋ ਜਾਣ ਕਿ ਕਦੇ ਧਰਮ ਨੂੰ ਕਮਾਉਣ ਹੀ ਨਾ। ਧਰਮ ਨੂੰ ਇਹ ਸਾਧ ਸੰਗਤ ਜੀ ਦੁੱਖਾਂ ਤੋਂ ਦੁਖੀ ਹੋ ਕੇ ਕਈ ਕਮਾਉਂਦੇ ਆ ਜਦੋਂ ਸ਼ੁਰੂਆਤ ਕਰਦੇ ਆ, ਦੁੱਖਾਂ ਕਰਕੇ ਡਰਦੇ ਆ, ਜਿਸ ਕਰਕੇ ਕਿ ਇਹਨਾਂ ਨੂੰ ਨਿਰੰਕਾਰ ਦਾ ਚੇਤਾ ਆਉਂਦਾ ਹੈ। ਕੋਈ ਜਿਹਦੀ ਬਾਬਤ ਮਹਾਰਾਜ ਕਿਹਾ ਕਿ ਕੋਟਨ ਮੈਂ ਨਾਨਕ ਕਉ ਨਾਰਾਇਣ ਜਿਹ ਚੀਤ, ਉਹ ਕਰੋੜਾਂ ਚੋਂ ਇੱਕ ਹੈ ਜਿਹਨੂੰ ਪ੍ਰੀਤ ਦੀ ਰੀਤ ਲੱਗ ਜਾਂਦੀ। ਨਹੀਂ ਤਾਂ ਦੁੱਖਾਂ 'ਚ ਹੀ ਸਤਾਏ ਹੋਏ ਮਹਾਰਾਜ ਦੇ ਅੱਗੇ ਆਉਂਦੇ ਆ ਤੇ ਫਿਰ ਅਰਦਾਸਾਂ ਕਰਦੇ ਆ। ਜਦੋਂ ਫਿਰ ਕਿਉਂਕਿ ਇਹ ਭਜਨ ਦਾ ਪ੍ਰਤਾਪ ਜ਼ਰੂਰ ਹੈ ਕਿ ਭਜਨ ਨਾਲ ਜਿਹੜੇ ਆ ਉਹ ਦੁੱਖ ਨਾਸ਼ ਹੁੰਦੇ ਆ, ਪਰ ਜਿਹੜਾ ਕੀਤਾ ਹੋਇਆ ਗੁਨਾਹ ਹੈ ਨਾ ਉਹਦੀ ਸਜ਼ਾ ਜਿਹੜੀ ਹੈ ਸਾਧ ਸੰਗਤ ਜੀ ਉਹ ਵੀ ਜੇ ਨਾਮ ਜਪਦਾ ਤਾਂ ਉਹ ਮਹਾਰਾਜ ਨੇ ਕਿਹਾ ਕਿ ਭਾਈ ਘਟਦੀ ਹੈ ਪਰ ਮਿਲਦੀ ਜ਼ਰੂਰ ਹੈ। ਇਸ ਕਰਕੇ ਜਿਹੜਾ ਭਜਨ ਕਰਨਾ ਹੀ ਨਾ ਤੇ ਇਹੀ ਪਰਮੇਸ਼ਰ ਦੇ ਅੰਦਰ ਦੋਸ਼ ਆਰੋਪੀ ਜਾਣੇ, ਸਗੋਂ ਕਿ ਮੈਨੂੰ ਦੁੱਖ ਕਿਉਂ ਮਿਲਿਆ, ਮੈਨੂੰ ਨਹੀਂ ਸੀ ਦੁੱਖ ਲੱਗਣਾ ਚਾਹੀਦਾ, ਇਹ ਤਾਂ ਮਹਾਰਾਜ ਕਹਿੰਦੇ ਭਾਣਾ ਮੰਨਣਾ ਚਾਹੀਦਾ ਭਾਈ। ਕਿਉਂਕਿ ਸੁੱਖ ਦੁੱਖ ਦੋਏ ਦਰ ਕੱਪੜੇ, ਇਹ ਸੁੱਖ ਤੇ ਦੁੱਖ ਦੋਵੇਂ ਦਰ ਤੋਂ ਨਿਰੰਕਾਰ ਦੇ ਘਰੋਂ ਮਹਾਰਾਜ ਕਿਹਾ ਕਿ ਕੱਪੜੇ ਜਿਹੜੇ ਆ ਉਹ ਜੀਵ ਨੂੰ ਪ੍ਰਾਪਤ ਹੋਏ ਹਨ। ਪਹਿਰਹਿ ਜਾਏ ਮਨੁੱਖ, ਜਾਏ ਜਨਮ ਲੈ ਕਰਕੇ ਮਨੁੱਖ ਜਿਹੜਾ ਹੈ ਪਹਿਰ ਕਰਕੇ ਸੰਸਾਰ ਦੇ ਅੰਦਰ ਜਾਂ ਪ੍ਰਲੋਕ ਚੋਂ ਹੀ ਸਾਧ ਸੰਗਤ ਜੀ ਸੰਸਾਰ ਨੂੰ ਜਾਂਦਾ ਹੈ, ਭਾਵ ਇੱਥੇ ਆਉਂਦਾ ਹੈ। ਸੰਸਾਰ ਦੇ ਅੰਦਰ ਜਦੋਂ ਜਨਮ ਮਿਲਿਆ ਹੈ ਦੁੱਖ ਤੇ ਸੁੱਖ ਨਾਲ ਲਿਖੇ ਹੋਏ ਹੈ। ਜਿੰਨੇ ਜਿੰਨੇ ਗੁਨਾਹ ਕੀਤੇ ਹੈ ਉਹਨਾਂ ਦੇ ਗੁਨਾਹਾਂ ਦੇ ਰੂਪ ਵਿੱਚ ਦੁੱਖ ਨਾਲ ਤੁਰ ਰਹੇ ਹੈ। ਜਿੰਨੇ ਜਿੰਨੇ ਪੁੰਨ ਕਰਮ ਕੀਤੇ ਹੈ ਉਹ ਸਾਧ ਸੰਗਤ ਜੀ ਸੁੱਖ ਨਾਲ ਤੁਰ ਰਹੇ ਹੈ। ਉਹਨਾਂ ਸੁੱਖ ਜਿਹੜਾ ਹੈ ਉਹ ਵੀ ਮਿਲੀ ਜਾਂਦਾ ਹੈ। ਇਸ ਕਰਕੇ ਜਿਹੜੇ ਸਤਸੰਗੀ ਬਣ ਜਾਂਦੇ ਆ ਨਾ ਉਹ ਪਰਮੇਸ਼ਰ ਦੇ ਭਾਣੇ ਵਿੱਚ ਆ ਜਾਂਦੇ ਆ ਕਿ ਅੱਛਾ ਜੇ ਦੁੱਖ ਮਿਲਿਆ ਤੇ ਮਨਾ ਤੂੰ ਕੋਈ ਗੁਨਾਹ ਕੀਤਾ ਹੋਣਾ ਨਾ ਫਿਰ ਪਿਛਲੇ ਜਨਮ ਵਿੱਚ, ਇਹ ਤਾਂ ਫਿਰ ਵੇਖ ਕਿੱਡੇ ਦਿਆਲੂ ਹੈ ਨਿਰੰਕਾਰ, ਉਹ ਤੈਨੂੰ ਖਬਰ ਕਿੱਡੀ ਕੁ ਸਜ਼ਾ ਮਿਲਣੀ ਸੀ ਤੇ ਇਹ ਤੈਨੂੰ ਥੋੜੇ ਦੁੱਖ 'ਚ ਹੀ ਮਹਾਰਾਜ ਭੁਗਤਾ ਰਹੇ ਆ ਤੇ ਮਨਾ ਭੋਗ ਲੈ। ਇਉਂ ਉਹ ਦੁੱਖ ਵਿੱਚ ਵੀ ਪਰਮੇਸ਼ਰ ਦਾ ਸ਼ੁਕਰਾਨਾ ਕਰਦੇ ਆ, ਵਾਹਿਗੁਰੂ ਦੇ ਅੱਗੇ ਅਰਦਾਸਾਂ ਕਰਦੇ, ਮਹਾਰਾਜ ਤੁਸੀਂ ਮੇਰਾ ਭਲਾ ਕਰ ਰਹੇ ਹੋ। ਤੇ ਜਿਹੜਾ ਸਾਧ ਸੰਗਤ ਜੀ ਪਰਮੇਸ਼ਰ ਨੂੰ ਫਿਰ ਦੋਸ਼ਣ ਅਰੂਪਦਾ ਹੈ, ਰੋਸ ਕਰਦਾ ਹੈ ਮਨ ਦੇ ਅੰਦਰ, ਇਹ ਮਹਾਰਾਜ ਕਹਿੰਦੇ ਰੋਸ ਕਰਨਾ ਝਖਾਈ ਮਾਰਨ ਦੇ ਬਰਾਬਰ ਵੈ, ਫਜ਼ੂਲ ਵੈ। ਤੂੰ ਆਪਣੀ ਕਰਨੀ ਵੱਲ ਵੇਖ ਕਿ ਤੇਰੀ ਕਰਨੀ ਕਿਹੋ ਜੀ ਹੈ। ਜੇ ਤੂੰ ਪਹਿਲਾਂ ਹੀ ਗੁਨਾਹ ਕਰਦਾ ਹੋਇਆ ਆਇਆ, ਹੁਣ ਵੀ ਗੁਨਾਹਾਂ 'ਚ ਹੀ ਲੱਗਾ ਹੈ ਤੇ ਮੰਗਦਾ ਹੈ ਸਾਰੇ ਸੁੱਖ। ਜੀਵ ਕਰਦਾ ਪਾਪਾਂ ਦੇ ਤਾਈਂ, ਪਾਪ ਕਰਤ ਸੁਕੁਚਿਓ ਨਹੀਂ, ਨਹਿ ਗਰਭ ਨਿਵਾਰਿਓ। ਨਾ ਪਾਪ ਕਰਦਾ ਸੰਕੋਚ ਕਰਦਾ ਹੈ, ਨਾ ਆਪਣਾ ਹੰਕਾਰ ਅੰਦਰੋਂ ਘਟਾਉਂਦਾ ਹੈ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਰਦਾ ਸਭ ਬਦ ਫੈਲੀਆਂ ਤੇ ਮੰਗਦਾ ਸੁੱਖ ਹੈ ਕਿ ਮੈਨੂੰ ਕਦੇ ਦੁੱਖ ਨਾ ਲੱਗੇ, ਮੈਂ ਸਦਾ ਹੀ ਸੁਖੀ ਰਹਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੈ ਕਿ ਮੰਗਦੇ ਤਾਂ ਇੱਛਾ ਧਾਰ ਕੇ ਇਹੀ ਹੈ ਜੀਵ, ਪਰ ਕਰਨੀ ਭਾਈ ਸੁੱਖਾਂ ਵਾਲੀ ਨਹੀਂ ਹੈ। ਕਰਨੀ ਜੇ ਕਰਨੀ ਹੈ ਨਾ ਸੁੱਖਾਂ ਵਾਸਤੇ ਤੇ ਫਿਰ ਪੁੰਨਾਂ ਦੀ ਕਰਨੀ ਚਾਹੀਦੀ ਹੈ, ਪੁੰਨ ਕਮਾਉਣੇ ਚਾਹੀਦੇ ਆ ਤਾਂ ਕਰਕੇ ਕਿ ਸੁੱਖ ਪ੍ਰਾਪਤ ਹੋਣ। ਤੇ ਇਹ ਅਸਲ ਵਿੱਚ ਸਾਧ ਸੰਗਤ ਜੀ ਸੁੱਖ ਵੀ ਦੁੱਖ ਰੂਪ ਹੀ ਹੋ ਜਾਂਦੇ ਆ ਜੇ ਪ੍ਰਭੂ ਦਾ ਨਾਮ ਨਹੀਂ ਚੇਤੇ ਆਉਂਦਾ ਤਾਂ। ਸਮਝਿਆ ਤਾਂ ਹੋਇਆ ਜੀਵ ਨੇ ਮਾਇਕੀ ਪਦਾਰਥਾਂ ਵਿੱਚ ਸੁੱਖ, ਪਰ ਜਦੋਂ ਵਾਹਿਗੁਰੂ ਚੇਤੇ ਨਹੀਂ ਆਉਂਦਾ ਤੇ ਇਹ ਸਾਰੇ ਸੁੱਖ ਵੀ ਦੁੱਖ ਰੂਪ ਹੋ ਜਾਂਦੇ ਆ। ਇਸ ਕਰਕੇ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਦੇ ਉਪਦੇਸ਼ ਦੇ ਧਾਰਨੀ ਗੁਰਸਿੱਖ ਨਾਮ ਦੇ ਰਸੀਏ, ਉਹ ਨਾ ਦੁੱਖਾਂ ਦਾ ਭੈ ਕਰਦੇ ਐ ਨਾ ਸੁੱਖਾਂ ਦਾ ਲਾਲਚ ਕਰਦੇ ਐ। ਉਹਨਾਂ ਨੂੰ ਪਤਾ ਹੈ ਪਰਾਰਬਧ ਕਰਕੇ ਸਰੀਰ ਬਣਿਆ ਤੇ ਸਰੀਰ ਦਾ ਧਰਮ ਹੈ, ਇਹਦੇ ਵਿੱਚ ਦੁੱਖ ਵੀ ਆਉਂਦੇ ਐ ਤੇ ਸੁੱਖ ਵੀ ਲੱਗਦੇ ਐ, ਸੁੱਖ ਵੀ ਪ੍ਰਾਪਤ ਹੁੰਦੇ ਐ। ਇਸ ਕਰਕੇ ਜਦੋਂ ਦੁੱਖਾਂ ਦਾ ਸਮਾਂ ਆਉਂਦਾ ਹੈ ਉਹ ਭੈ ਭੀਤ ਨਹੀਂ ਹੁੰਦੇ, ਡਰਦੇ ਨਹੀਂ, ਸਬਰ ਤੇ ਸੰਤੋਖ ਨਾਲ ਬਰਦਾਸ਼ਤ ਕਰਦੇ ਐ, ਸਹਿ ਜਾਂਦੇ ਐ, ਸਗੋਂ ਅਰਦਾਸ ਕਰਦੇ ਸ਼ੁਕਰਾਨੇ ਦੀ, ਮਹਾਰਾਜ ਬੜਾ ਹੀ ਭਲਾ ਕੀਤਾ ਜੇ। ਇਹ ਸਾਧ ਸੰਗਤ ਜੀ ਵੇਖ ਲਓ ਅਸਚਰਜ ਰੀਤ ਵੈ, ਜਿਹਨੂੰ ਸੰਗਤ ਨਹੀਂ ਪ੍ਰਾਪਤ ਉਹ ਵੇਖ ਕੇ ਬੜਾ ਹੈਰਾਨ ਹੁੰਦਾ, ਵੇਖੋ ਕਿੱਡਾ ਦੁਖੀ ਹੈ, ਫਿਰ ਪਰਮੇਸ਼ਰ ਦਾ ਸ਼ੁਕਰਾਨਾ ਕਰ ਰਿਹਾ। ਜਦੋਂ ਕੋਈ ਜੀਵ ਚੜ੍ਹਾਈ ਕਰ ਜਾਂਦਾ ਪਿਆਰ ਵਾਲਾ ਪਿਆਰਾ
ਤੇ ਕਈ ਸਾਧ ਸੰਗਤ ਜੀ ਪਰਮੇਸ਼ਰ ਨੂੰ ਬਹੁਤ ਦੋਸ਼ਣ ਅਰੂਪਦੇ ਆ, ਬੜਾ ਮਾੜਾ ਕਹਿੰਦੇ ਆ, ਪਰ ਜਿਹੜੇ ਗੁਰਮੁਖ ਵੈ ਉਹ ਕਹਿੰਦੇ ਮਹਾਰਾਜ ਭਲਾ ਹੀ ਕਰ ਦਿੱਤਾ ਸੱਚੇ ਪਾਤਸ਼ਾਹ। ਗਰੀਬ ਨਵਾਜ ਸਤਿਗੁਰੂ ਜੀ, ਇਹ ਤੁਸੀਂ ਬੜੀ ਮਿਹਰਬਾਨਗੀ ਕੀਤੀ ਹੈ। ਇਹ ਸਾਧ ਸੰਗਤ ਜੀ ਗੁਰਮੁਖ ਧੰਨ ਹਨ ਜਿਹੜੇ ਭਾਣਾ ਮੰਨਦੇ ਆ। ਵਾਹਿਗੁਰੂ ਦਾ ਦੁੱਖ ਵੀ ਜਿਹੜਾ ਨਾ ਉਹ ਵੀ ਭਾਣਾ ਮਿੱਠਾ ਕਰਕੇ ਮੰਨਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਫਿਰ ਅੱਗੇ ਤੋਂ ਜਿਹੜਾ ਹੈ ਨਾ ਉਹ ਜੀਵ ਸੁਖੀ ਹੋ ਜਾਂਦਾ ਹੈ, ਮਹਾਰਾਜ ਕਿਰਪਾ ਕਰ ਦਿੰਦੇ ਆ। ਅਸਲ ਵਿੱਚ ਜਿਹੜਾ ਦੁੱਖ ਹੈ ਇਹ ਵਿਜਾਤੀ ਬਿਰਤੀ ਕਰਕੇ ਲੱਗਦਾ ਹੈ। ਦੁੱਖ ਵੀ ਮੰਨਣ ਕਰਕੇ ਆ ਨਾ, ਜੇ ਆਪਾਂ ਮੰਨਦੇ ਆ ਤੇ ਫਿਰ ਦੁੱਖ ਹੈ। ਜੇ ਵਿਜਾਤੀ ਬਿਰਤੀ ਅੰਦਰੋਂ ਨਾਸ਼ ਹੋ ਜਾਵੇ ਭਜਨ ਦੇ ਪ੍ਰਤਾਪ ਨਾਲ, ਫਿਰ ਸਾਧ ਸੰਗਤ ਜੀ ਉਹਨੂੰ ਦੁੱਖ ਰਹਿੰਦਾ ਹੀ ਨਹੀਂ। ਤੇ ਸੁੱਖ ਜਿਹੜਾ ਹੈ ਬਾਹਰੋਂ ਸਰੀਰ ਕਰਕੇ ਉਹ ਸੁੱਖ ਵੀ ਉਹਨਾਂ ਨੂੰ ਲਪਾਇਮਾਨ ਨਹੀਂ ਕਰਦਾ, ਕਿਉਂਕਿ ਸਰੀਰਕ ਸੁੱਖਾਂ ਨੂੰ ਸੁੱਖ ਨਹੀਂ ਮੰਨਦੇ। ਉਹੋ ਹੀ ਅਵਸਥਾ ਸਤਿਗੁਰੂ ਜੀ ਨੇ ਕਿਹਾ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁਖ ਸਨੇਹ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨੈ। ਜਿਹੜੀ ਸਜਾਤੀ ਬਿਰਤੀ ਹੈ ਨਾ, ਇਹਦੇ ਕਰਕੇ ਸਾਧ ਸੰਗਤ ਜੀ ਜੀਵ ਨੂੰ ਅੰਦਰ ਭਜਨ ਦਾ ਸੁਖ ਪ੍ਰਾਪਤ ਹੋਣ ਲੱਗ ਜਾਂਦਾ ਹੈ। ਤੇ ਜਦੋਂ ਭਜਨ ਦਾ ਸੁਖ ਪ੍ਰਾਪਤ ਹੁੰਦਾ ਹੈ, ਬਾਹਰਲੇ ਦੁੱਖ ਸਾਰੇ ਉਹਨਾਂ ਨੂੰ ਜਿਹੜਾ ਹੈ ਉਹ ਵਿਆਪਦੇ ਨਹੀਂ। ਫਿਰ ਨਾ ਸੁਖ ਵਿਆਪਦੇ ਐ ਗ੍ਰਸਦੇ ਐ, ਨਾ ਉਹਨਾਂ ਨੂੰ ਦੁੱਖ ਵਿਆਪਦੇ ਐ। ਤੇ ਸਰੀਰ ਦਾ ਧਰਮ ਹੀ ਇਹ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਫਿਰ ਪੜ੍ਹਦੇ ਹੋ ਸੁਖ ਦੁੱਖ ਦੋਏ ਦਰ ਕੱਪੜੇ। ਸੁੱਖ ਤੇ ਦੁੱਖ ਮਹਾਰਾਜ ਕਿਹਾ ਕਿ ਦੋਵੇਂ ਦਰ ਤੋਂ, ਪਰਮੇਸ਼ਰ ਤੇ ਦਰਗਾਹ ਤੋਂ, ਨਿਰੰਕਾਰ ਦੇ ਘਰੋਂ ਇਹ ਕੱਪੜਿਆਂ ਦੇ ਰੂਪ ਵਿੱਚ ਪ੍ਰਾਪਤ ਹੋਏ ਆ ਜੀਵ ਦੇ ਤਾਈਂ। ਪਹਿਰ ਹੈ ਜਾਏ ਮਨੁੱਖ, ਜਾਏ ਜਨਮ ਲੈ ਕਰਕੇ ਪਹਿਰਦਾ ਹੈ ਇਹ ਮਨੁੱਖ। ਸੰਸਾਰ ਦੇ ਅੰਦਰ ਜਦੋਂ ਜਨਮ ਲੈਂਦਾ ਹੈ ਦੁੱਖ ਤੇ ਸੁੱਖ ਪਹਿਰ ਕਰਕੇ ਆਉਂਦਾ। ਵੇਖ ਲਓ ਕਈਆਂ ਨੂੰ ਜਨਮ ਤੋਂ ਹੀ ਇੰਨੇ ਦੁੱਖ ਹੁੰਦੇ। ਜੇ ਆਪਾਂ ਵੇਖੀਏ ਕਿੰਨੀ ਸ੍ਰਿਸ਼ਟੀ ਹੈ, ਕਈ ਐਸੇ ਗਰੀਬੀ ਦੇ ਵਿੱਚ ਜਨਮ ਲੈਂਦੇ ਆ ਕਿ ਪੇਟ ਭਰ ਖਾਣਾ ਵੀ ਨਹੀਂ ਨਸੀਬ ਹੁੰਦਾ, ਬਹੁਤ ਦੁਖੀ ਹੁੰਦੇ ਆ। ਤੇ ਰਹਿਣ ਸਹਿਣ ਕਿਸ ਤਰ੍ਹਾਂ ਦਾ ਹੈ, ਬਹੁਤ ਭੈੜਾ ਹੁੰਦਾ ਹੈ। ਕਈ ਇਹੋ ਜਿਹੇ ਥਾਂ ਤੇ ਜਨਮ ਲੈਂਦੇ ਆ ਖੁੱਲੇ ਹੀ ਪਦਾਰਥ ਹੈ, ਬੜੀ ਭਭੂਤੀ ਹੈ, ਮਾਇਕੀ ਸੁੱਖ ਬੜੇ ਹੈ। ਜਨਮਦਿਆਂ ਹੀ ਕਿੰਨੇ ਭੰਗੂੜੇ, ਕਈ ਕੁਛ ਝੂਟਣ ਨੂੰ, ਕਈ ਕੁਛ ਖਾਣ ਨੂੰ। ਇਹ ਸਾਧ ਸੰਗਤ ਜੀ ਸਭ ਪਾਪਾਂ ਤੇ ਪੁੰਨਾਂ ਦੇ ਕਰਕੇ ਹੈ। ਇਹ ਜਿੰਨੇ ਮਸਤਕ ਤੇ ਜੀਵ ਲੇਖ ਲਿਖਾ ਕਰਕੇ ਆਉਂਦਾ ਨਾ, ਤੇ ਇਹ ਉਸੇ ਮੁਤਾਬਕ ਹੀ ਇਹਨੂੰ ਸੰਸਾਰ ਦੇ ਅੰਦਰ ਦੁੱਖ ਤੇ ਸੁੱਖ ਜਿਹੜੇ ਭੋਗਣੇ ਪੈਂਦੇ ਆ। ਪਰ ਰੱਬ ਦੇ ਅਨੁਸਾਰ ਹੀ ਇਹ ਜੀਵਨ ਜਿਉਂਦਾ ਹੈ। ਜੇ ਕੋਈ ਪੁੰਨ ਕਰਮ ਕੀਤੇ ਆ ਤੇ ਸੁੱਖਾਂ ਨੂੰ ਭੋਗ ਕੇ ਪੂੰਜੀ ਖਾ ਕੇ ਸੰਸਾਰ ਚੋਂ ਚਲੇ ਜਾਂਦਾ ਹੈ। ਜੇ ਪਾਪ ਕਰਮ ਕੀਤੇ ਆ ਤੇ ਦੁੱਖਾਂ ਨੂੰ ਭੋਗ ਕੇ, ਉਹ ਵੀ ਦੁੱਖਾਂ ਦੀ ਜਿਹੜੀ ਗੁਨਾਹਾਂ ਦੀ ਕੀਤੀ ਹੋਈ ਪੂੰਜੀ ਦੁੱਖ ਹੈ ਨਾ, ਉਹ ਵੀ ਭੋਗ ਕੇ ਸੰਸਾਰ ਚੋਂ ਚਲੇ ਜਾਂਦਾ ਹੈ। ਮੁਕਤ ਹੈ ਨਹੀਂ, ਨਾ ਪੁੰਨਾਂ ਕਰਕੇ ਹੈ, ਨਾ ਸਾਧ ਸੰਗਤ ਜੀ ਪਾਪਾਂ ਕਰਕੇ। ਤਾਂ ਹੋਣੀ ਕੀ ਹੈ ਫਿਰ? ਇਹ ਦੋਹਾਂ ਹੀ ਰਾਹਾਂ ਤੇ ਮੁਕਤ ਨਹੀਂ ਹੈ। ਮੁਕਤ ਮਹਾਰਾਜ ਦੇ ਨਾਮ ਵਿੱਚ ਹੈ। ਜਿਹੜੇ ਸੁੱਖਾਂ ਵਿੱਚ ਗਾਫਲ ਨਹੀਂ ਹੁੰਦੇ ਤਾਂ ਵੀ ਪਰਮੇਸ਼ਰ ਦਾ ਭਜਨ ਕਰਦੇ ਰਹਿੰਦੇ ਐ, ਦੁੱਖ ਆਉਂਦੇ ਐ ਤੇ ਤਾਂ ਵੀ ਪਰਮੇਸ਼ਰ ਦਾ ਭਜਨ ਹੀ ਕਰਦੇ ਰਹਿੰਦੇ ਐ। ਉਹ ਸਾਧ ਸੰਗਤ ਜੀ ਇਹਨਾਂ ਦੋਹਾਂ ਚੀਜ਼ਾਂ ਤੋਂ ਫਿਰ ਛੁੱਟ ਜਾਂਦੇ ਐ। ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਨੂੰ ਦੁੱਖ ਵਿਆਪਦਾ ਹੀ ਨਹੀਂ, ਸੁੱਖ ਉਹਨਾਂ ਨੂੰ ਆਕਰਸ਼ਿਤ ਨਹੀਂ ਕਰਦਾ। ਜਿੱਥੇ ਬੋਲਣ ਹਾਰਿਆ, ਜਿੱਥੇ ਬੋਲਣ ਕਰਕੇ ਮਹਾਰਾਜ ਕਹਿੰਦੇ ਹਾਰ ਹੁੰਦੀ ਹੋਵੇ ਪਰਮੇਸ਼ਰ ਦੇ ਅੱਗੇ ਇਹ ਬੋਲਣਾ ਕਿ ਸਾਨੂੰ ਦੁੱਖ ਕਿਉਂ ਦਿੱਤਾ ਹੈ, ਦੋਸ਼ ਆਰੋਪਣੇ। ਜਿੱਥੇ ਬੋਲਣ ਕਰਕੇ ਮਹਾਰਾਜ ਕਹਿੰਦੇ ਭਾਈ ਹਾਰ ਹੁੰਦੀ ਹੋਵੇ, ਤਿੱਥੈ ਚੰਗੇ ਚੁੱਪ। ਤਿੱਥੇ ਪਰਮੇਸ਼ਰ ਦੇ ਅੱਗੇ ਤਾਂ ਫਿਰ ਚੁੱਪ ਹੀ ਚੰਗੀ ਹੈ ਨਾ, ਭਾਣਾ ਮੰਨਣਾ ਚਾਹੀਦਾ ਹੈ। ਉੱਥੇ ਦੋਸ਼ਣ ਨਹੀਂ ਆਰੋਪਣਾ ਚਾਹੀਦਾ। ਬਾਹਰੋਂ ਤੇ ਭਾਵੇਂ ਨਾ ਬੋਲੇ, ਮਨ ਤਾਂ ਵਿੱਚ ਤਾਂ ਆ ਹੀ ਜਾਂਦਾ ਹੈ ਨਾ ਕਿ ਇਹ ਗੁਆਂਢੀ ਇੰਨੇ ਸੁਖੀ ਹੈ ਤੇ ਇਹ ਸਾਡੇ ਨਾਲ ਹੀ ਹਰ ਵਾਰੀ ਇਦਾਂ ਕਿਉਂ ਹੁੰਦਾ ਹੈ। ਗੁਰਮੁਖ ਨਹੀਂ ਪਰ ਇਦਾਂ ਸੋਚਦੇ। ਉਹ ਤਾਂ ਸਾਧ ਸੰਗਤ ਜੀ ਭਾਣਾ ਮੰਨਦੇ ਆ। ਮਨ ਚ ਵੀ ਜੇ ਫੁਰਨਾ ਆ ਜਾਏ ਤੇ ਅਰਦਾਸ ਕਰਕੇ ਮਾਫੀ ਮੰਗਦੇ, ਮਹਾਰਾਜ ਗੁਨਾਹ ਤਾਂ ਮੇਰਾ ਕੀਤਾ ਸੀ ਤੇ ਮੈਂ ਆਪ ਦੇ ਉੱਤੇ ਦੋਸ਼ ਆਰੋਪਿਆ, ਮੈਨੂੰ ਮਾਫ ਕਰ ਦਿਓ। ਹਜੂਰ ਕਹਿੰਦੇ ਜਿਹੜਾ ਭਾਈ ਬੋਲਣਾ ਨਾ ਪਰਮੇਸ਼ਰ ਦੇ ਅੱਗੇ, ਇਹ ਉਲੰਭੇ ਦੇਣੇ ਕਿ ਮੈਨੂੰ ਕਿਉਂ ਦੁੱਖ ਲੱਗਾ ਹੈ, ਮੈਨੂੰ ਇਸ ਤਰ੍ਹਾਂ ਕਿਉਂ ਹੋਇਆ,
ਇਹ ਤਾਂ ਮਹਾਰਾਜ ਕਹਿੰਦੇ ਭਾਈ ਬੋਲਣ ਕਰਕੇ ਫਿਰ ਜੀਵ ਦੀ ਹਾਰ ਹੀ ਹੁੰਦੀ ਹੈ, ਸਗੋਂ ਬੇਮੁਖ ਹੀ ਹੁੰਦਾ ਪਰਮੇਸ਼ਰ ਤੋਂ। ਜਿੱਥੇ ਬੋਲਣ ਹਾਰ ਹੀ ਹੈ, ਜਿੱਥੇ ਪਰਮੇਸ਼ਰ ਦੇ ਅੱਗੇ, ਕਿਉਂਕਿ ਮਹਾਰਾਜ ਨੇ ਕਿਹਾ ਕਿ ਜਿਸ ਠਾਕੁਰ ਸਿਓ ਨਾਹੀ ਚਾਰਾ ਤਾ ਕੋ ਕੀਜੈ ਸਾਧ ਨਮਸਕਾਰ। ਉਹਦੇ ਅੱਗੇ ਕੋਈ ਚਾਰਾ ਕਿਸੇ ਦਾ, ਉੱਥੇ ਹੱਥ ਜੋੜਨੇ ਚਾਹੀਦੇ ਆ। ਮਹਾਰਾਜ ਭਲਾ ਹੀ ਕੀਤਾ ਜੇ, ਬੜੀ ਕਿਰਪਾ ਕੀਤੀ ਜੇ। ਇਹ ਸਤਿਗੁਰਾਂ ਜੀ ਨੇ ਸਾਨੂੰ ਜਾਚ ਸਿਖਾਈ ਹੈ। ਜੇ ਸਾਧ ਸੰਗਤ ਜੀ ਆਪਾਂ ਸੰਸਾਰੀ ਪੱਧਰ ਤੇ ਵੇਖੀਏ, ਸਤਿਗੁਰੂ ਜੀ ਤਾਂ ਭਾਵੇਂ ਚੋਜ ਕਰਨ ਆਏ ਗਰੀਬ ਨਵਾਜ਼ ਸੱਚੇ ਪਾਤਸ਼ਾਹ, ਗਰੀਬ ਨਵਾਜ਼ ਸਤਿਗੁਰੂ ਜੀ ਨੇ ਜਿੰਨੇ ਦੁੱਖ ਖਿੜੇ ਮੱਥੇ ਆਪਣੇ ਸਰੀਰ ਤੇ ਝੱਲੇ ਹੈ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਸੰਸਾਰ 'ਚ ਕਿਸੇ ਪੀਰ ਪੈਗੰਬਰ ਨੂੰ ਇੰਨੇ ਦੁੱਖ ਨਹੀਂ ਮਿਲੇ। ਇੰਨੇ ਦੁੱਖਾਂ ਨੂੰ ਝੱਲ ਕੇ ਸਾਰਾ ਪਰਿਵਾਰ ਸਤਿਗੁਰਾਂ ਲੇਖੇ ਲਾ ਕੇ, ਕਿੰਨੇ ਸਤਿਗੁਰੂ ਜੀ ਨੇ ਖਿੜੇ ਮੱਥੇ ਸਾਧ ਸੰਗਤ ਜੀ ਸਿੱਖਾਂ ਨੂੰ ਸੰਬੋਧਨ ਕਰਨਾ, ਮਹਾਰਾਜ ਨਾਮ ਦਾ ਉਪਦੇਸ਼ ਦੇਣਾ। ਇਹ ਸਤਿਗੁਰਾਂ ਸਾਨੂੰ ਜਾਚ ਸਿਖਾਈ ਹੈ ਗਰੀਬ ਨਵਾਜ਼ ਸਤਿਗੁਰਾਂ ਜੀ ਨੇ, ਕਿ ਇੰਨੇ ਦੁੱਖ ਝੱਲ ਕੇ ਵੀ ਪਰਮੇਸ਼ਰ ਦਾ ਸ਼ੁਕਰਾਨਾ ਕਰਨਾ। ਮਹਾਰਾਜ ਨੇ ਸਾਹਿਬਜ਼ਾਦੇ ਵਾਰ ਕੇ ਵੀ ਪਰਮੇਸ਼ਰ ਦਾ ਸ਼ੁਕਰਾਨਾ ਕੀਤਾ। ਜਦੋਂ ਬਾਬਾ ਅਜੀਤ ਸਿੰਘ ਸਾਹਿਬ ਜੀ ਸ਼ਹੀਦ ਹੋਏ, ਫਿਰ ਬਾਬਾ ਜੁਝਾਰ ਸਿੰਘ ਸਾਹਿਬ ਜੀ ਸ਼ਹੀਦ ਹੋਏ, ਤੇ ਸਾਡੇ ਇਤਿਹਾਸ ਨੇ ਜ਼ਿਕਰ ਕੀਤਾ, ਮਹਾਰਾਜ ਨੇ ਨਿਰੰਕਾਰ ਦੇ ਅੱਗੇ ਸੀਸ ਝੁਕਾ ਕੇ ਆਖਿਆ, ਵਾਹਿਗੁਰੂ ਆਪ ਦੀ ਦਿੱਤੀ ਹੋਈ ਅਮਾਨਤ ਮੈਂ ਤੁਹਾਡੇ ਖਜ਼ਾਨੇ ਵਿੱਚ ਅਦਾ ਕਰ ਦਿੱਤੀ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਨੂੰ ਜਾਚ ਸਿਖਾਈ ਹੈ। ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਿੱਖ ਹੋਈਏ, ਅੰਮ੍ਰਿਤ ਛਕਿਆ ਹੋਵੇ, ਤੇ ਜਰਾ ਜਰਾ ਸੰਸਾਰ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਮਹਾਰਾਜ ਨੂੰ ਉਲੰਭੇ ਦਈਏ। ਇੱਕ ਕੋਈ ਪ੍ਰੇਮੀ ਸੀ, ਉਹਨੂੰ ਸੰਥਿਆ ਕਰਨ ਆਉਂਦਾ ਸੀ, ਪ੍ਰੇਰਿਆ ਕਿ ਭਾਈ ਤੂੰ ਅੰਮ੍ਰਿਤ ਛਕ ਲੈ। ਉਹ ਹੌਲੀ ਹੌਲੀ ਉਹਨੇ ਅੰਮ੍ਰਿਤ ਛਕ ਲਿਆ। ਜਦੋਂ ਅੰਮ੍ਰਿਤ ਛਕ ਲਿਆ, ਰੋਜ਼ ਹੀ ਉਲੰਭੇ ਦਿਆ ਕਰੇ, ਬਾਬਾ ਜੀ ਜਦੋਂ ਦਾ ਅੰਮ੍ਰਿਤ ਛਕਿਆ ਮੇਰੀ ਗੱਡੀ ਐਕਸੀਡੈਂਟ ਹੋ ਜਾਂਦੀ ਹੈ, ਜਦੋਂ ਦਾ ਅੰਮ੍ਰਿਤ ਛਕਿਆ ਕਾਰੋਬਾਰ ਥੱਲੇ ਚਲੇ ਗਿਆ ਹੈ। ਬਈ ਤੁਸੀਂ ਕਾਰੋਬਾਰ ਦੀ ਤਰੱਕੀ ਵਾਸਤੇ ਅੰਮ੍ਰਿਤ ਛਕਿਆ ਸੀ? ਘਰ ਦੇ ਜਿਹੜੇ ਜਿੰਨੇ ਪਦਾਰਥ ਆਈ ਜਾਣ ਸੁੱਖਾਂ ਵਾਸਤੇ ਅੰਮ੍ਰਿਤ ਛਕਿਆ ਸੀਗਾ? ਅੰਮ੍ਰਿਤ ਛਕਣਾ ਪ੍ਰਭੂ ਨੂੰ ਮਿਲਣ ਵਾਸਤੇ। ਪਰ ਅਜੇ ਅਸੀਂ ਅੰਮ੍ਰਿਤ ਛਕਣ ਦੀ ਵੀ ਪਰਿਭਾਸ਼ਾ ਬਣਾ ਲਈ ਹੈ ਕਿ ਬਸ ਚੰਗਾ ਚੰਗਾ ਹੋਵੇ ਸਭ ਕੁਝ। ਹੁਣ ਅੰਮ੍ਰਿਤ ਛਕ ਲਿਆ ਅਸੀਂ, ਪੈਸੇ ਆਉਣ ਖੁੱਲੇ, ਬੜੀ ਮਾਇਆ ਪਦਾਰਥ ਹੋਣ, ਗੱਡੀਆਂ ਚੰਗੀਆਂ ਹੋਣ, ਬੜੀ ਸ਼ੌਹਰਤ ਹੋਵੇ, ਕਿਉਂਕਿ ਮਹਾਰਾਜ ਨੂੰ ਆਸਾਨ ਜੋ ਚਾੜਦੇ ਆ, ਮਹਾਰਾਜ ਤੇਰਾ ਅੰਮ੍ਰਿਤ ਨਹੀਂ ਛਕਿਆ, ਅੰਮ੍ਰਿਤ ਛਕਿਆ ਹੁਣ ਤੇਰਾ, ਹੁਣ ਸਾਨੂੰ ਕਿਉਂ ਦੁੱਖ ਲੱਗੇ ਆ ਕਰਕੇ। ਇਹੋ ਜਿਹੇ ਸਾਧ ਸੰਗਤ ਜੀ ਸਾਡੇ ਸੁਭਾਅ ਏ, ਇਹੋ ਜਿਹੇ ਅਸੀਂ ਮਤਲਬੀ ਆ। ਜਦੋਂ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੇ ਹੁਕਮ ਵਿੱਚ ਕੋਈ ਪ੍ਰਰਬਧ ਐਸੀ ਆ ਜਾਵੇ, ਗੁਨਾਹ ਕੀਤੇ ਅੱਗੇ ਆ ਜਾਣ, ਤੇ ਫਿਰ ਅਸੀਂ ਉਸੇ ਵੇਲੇ, ਕਈ ਇਹੋ ਜਿਹੇ ਸਾਧ ਸੰਗਤ ਜੀ ਬੇਮੁਖ ਹੁੰਦੇ ਆ, ਕਿਰਪਾਨ ਵੀ ਲਾ ਦਿੰਦੇ ਆ। ਫਿਰ ਕਹਿੰਦੇ ਆ ਕਿਉਂ ਧਾਰੀਏ ਕਿਰਪਾਨ, ਅੰਮ੍ਰਿਤ ਕਿਉਂ ਛਕੀਏ, ਇੰਨੇ ਦੁੱਖ ਲੱਗੇ ਸਾਨੂੰ, ਸਾਡੀ ਬਾਂਹ ਨਹੀਂ ਫੜੀ। ਵੇਖੋ ਜਦੋਂ ਗੁਨਾਹ ਕੀਤੇ ਸੀ ਉਦੋਂ ਭਾਈ, ਉਦੋਂ ਸੋਚਣਾ ਸੀ ਨਾ। ਫਿਰ ਵੀ ਜੇ ਭਾਣਾ ਮੰਨ ਕਰਕੇ ਮਹਾਰਾਜ ਦੇ ਨਾਲ ਜੁੜਿਆ ਰਵੇ ਤਾਂ ਉਹਦੇ ਚ ਸਤਿਗੁਰੂ ਜੀ ਕਿਰਪਾ ਕਰਕੇ ਕੋਈ ਸਜ਼ਾ ਚ ਘਾਟਾ ਹੀ ਕਰ ਦੇਣਗੇ, ਫਾਇਦਾ ਹੀ ਹੋਊਗਾ। ਪਰ ਨਾਸਤਕ ਅੱਗੇ ਤੋਂ ਫਿਰ ਖਾਤੇ ਪੁੱਟ ਲੈਂਦੇ ਆ ਨਰਕਾਂ ਦੇ, ਫਿਰ ਹੋਰ ਗੁਨਾਹਾਂ ਨੂੰ ਕਰਨ ਲੱਗ ਜਾਂਦੇ ਆ। ਇਹ ਜੀਵਾਂ ਦੇ ਸੋਚਣ ਦੀ ਸਾਧ ਸੰਗਤ ਜੀ ਇਹੋ ਜਿਹਾ ਤਲਵ ਹੈ। ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਦਲਦਲ ਚ ਹੀ ਫਸੇ ਹੋਏ ਆ, ਪਰਮੇਸ਼ਰ ਦੇ ਅੱਗੇ ਬੋਲਦੇ ਆ, ਉਹ ਸਮਰੱਥ ਦੇ ਅੱਗੇ। ਜੇ ਕੋਈ ਆਕਾਸ਼ ਨੂੰ ਥੁੱਕੇ ਤੇ ਕੀ ਹੋਊਗਾ? ਮੂੰਹ ਤੇ ਹੀ ਪੈਂਦਾ ਉਹਦੇ ਆ ਕਰਕੇ। ਆਕਾਸ਼ ਦਾ ਕੀ ਵਿਗੜਦਾ ਹੈ? ਜੇ ਕੋਈ ਨਿਰੰਕਾਰ ਦੇ ਵਿੱਚ ਦੋਸ਼ਣ ਅਰੂਪਦਾ ਨਾ, ਤੇ ਉਹ ਸਮਰੱਥ ਵੈ, ਉਹਦਾ ਕੀ ਵਿਗੜ ਸਕਦਾ ਹੈ? ਜੀਵ ਆਪਣਾ ਹੀ ਸਰਵਨਾਸ਼ ਕਰ ਲੈਂਦਾ ਹੈ, ਆਪ ਦਾ ਹੀ ਸਾਧ ਸੰਗਤ ਜੀ ਬੁਰਾ ਕਰ ਲੈਂਦਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਤਾਂ ਸਮਰੱਥ ਹੈ ਵਾਹਿਗੁਰੂ, ਉਹਦੇ ਅੱਗੇ ਕਦੇ ਵੀ ਜਿਹੜਾ ਹੈ ਦੋਸ਼ ਨਹੀਂ ਆਰੋਪਣਾ ਚਾਹੀਦਾ। ਜੇ ਕੋਈ ਬੋਲਦਾ ਹੈ ਤੇ ਉਹਦੀ ਹਾਰ ਹੁੰਦੀ ਹੈ, ਫਿਰ ਉਹਨੂੰ ਸਾਧ ਸੰਗਤ ਜੀ ਬਹੁਤ ਜ਼ਿਆਦਾ ਸੰਸਾਰ ਦੇ ਅੰਦਰ ਸਗੋਂ ਦੁੱਖ ਝੱਲਣੇ ਪੈਂਦੇ ਆ। ਇੱਥੋਂ ਤੱਕ ਕਿ ਉਹਨਾਂ ਨੂੰ ਫਿਰ ਸਾਧ ਸੰਗਤ ਜੀ ਮਨੁੱਖਾ ਜਨਮ ਵੀ ਔਖਾ ਪ੍ਰਾਪਤ ਹੁੰਦਾ, ਟੇਢੀਆਂ ਜੂਨਾਂ ਵਿੱਚ ਚਲੇ ਜਾਂਦੇ ਆ। ਇਹ ਗੁਨਾਹਾਂ ਦਾ ਕਰਕੇ ਹੀ ਹੈ ਨਾ, ਕੀਤੇ ਹੋਏ ਗੁਨਾਹ ਹੀ ਅੱਗੇ ਆ ਜਾਂਦੇ ਆ। ਜਦੋਂ ਜੀਵ ਸਰੀਰ ਨੂੰ ਛੱਡਦਾ ਨਾ, ਉਦੋਂ ਇਹਨੂੰ ਪਤਾ ਲੱਗਦਾ ਹੈ ਕਿ ਖੇਡ ਅਸਲ 'ਚ ਕੀ ਵਰਤ ਰਹੀ ਸੀ। ਮਾਇਆ ਏਡੀ ਪ੍ਰਬਲ ਹੈ, ਸੋਝੀ ਨਹੀਂ ਆਉਣ ਦਿੰਦੀ, ਸਮਝ ਨਹੀਂ ਪੈਂਦੀ ਹੈ। ਜਿਨ੍ਹਾਂ ਸਤਿਗੁਰਾਂ ਜੀ ਦੇ ਸੰਗਤ ਵਿੱਚ ਆਉਣ ਨਾਲ ਐਡਾ ਹੀ ਲਾਭ ਹੁੰਦਾ, ਜਿਹਦੀ ਬਾਬਤ ਆਖਿਆ ਕਬੀਰ ਏਕ ਘਰੀ ਆਦੀ ਘਰੀ, ਆਦੀ ਹੂੰ ਤੇ ਆਦ
ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ ਆਖਿਆ ਹੀ ਆ ਨਾ ਕਿ ਜੇ ਇੱਕ ਘੜੀ ਨਹੀਂ ਤੇ ਅੱਧੀ, ਅੱਧੀ ਨਹੀਂ ਤੇ ਅੱਧੀ ਕਰ ਲੈ। ਕਹਿੰਦਾ ਹਾਂ ਉੱਥੇ ਜਾਣਾ ਕੀ ਕਰਨਾ, ਉੱਥੇ ਜਾ ਕਰਕੇ ਸੰਗਤ ਵਿੱਚ ਦਿਲ ਹੀ ਨਹੀਂ ਲੱਗਦਾ ਹੈ ਆ ਕਰਕੇ। ਤੇ ਦੱਸੋ ਮੰਗੀ ਜਾਂਦੇ ਆ ਸੁੱਖ, ਤੇ ਜੇ ਜਰਾ ਕੁ ਦੁੱਖ ਲੱਗੇ ਤੇ ਪਰਮੇਸ਼ਰ ਦੇ ਅੱਗੇ ਬਲੇਮ ਕਰਦੇ ਆ। ਸਾਧ ਸੰਗਤ ਜੀ ਕਹਿਣਾ ਬੜਾ ਸੌਖਾ ਹੁੰਦਾ, ਪਰ ਜਦੋਂ ਦੁੱਖ ਆਉਂਦਾ ਨਾ ਝੱਲਿਆ ਨਹੀਂ ਜਾਂਦਾ। ਬਹੁਤ ਜ਼ਿਆਦਾ ਜੀਵ ਫਿਰ ਬਿਰਲਾਪ ਕਰਦੇ ਆ। ਸਰੀਰਕ ਰੋਗਾਂ ਦਾ ਦੁੱਖ ਹੀ ਨਹੀਂ ਝੱਲਿਆ ਜਾਂਦਾ, ਬਹੁਤ ਜ਼ਿਆਦਾ ਪੀੜਤ ਹੁੰਦੇ ਆ ਜੀਵ। ਪਰ ਧੰਨ ਹਨ ਗੁਰਮੁਖ, ਇੰਨਾ ਦੁੱਖ ਝੱਲ ਕੇ ਵੀ ਨਿਰੰਕਾਰ ਦੇ ਸ਼ੁਕਰਾਨੇ ਨੂੰ ਅੱਗੇ ਹੱਥ ਜੋੜਦੇ ਆ। ਮਹਾਰਾਜ ਬੜਾ ਹੀ ਸ਼ੁਕਰ ਕੀਤਾ ਜੇ, ਬੜਾ ਹੀ ਭਲਾ ਕੀਤਾ ਜੇ। ਮਹਾਰਾਜ ਸੱਚੇ ਪਾਤਸ਼ਾਹ ਫਿਰ ਉਹਨਾਂ ਤੇ ਤਰਸ ਕਰਦੇ ਆ। ਸਤਿਗੁਰੂ ਜੀ ਕਹਿੰਦੇ ਭਾਈ ਜਿੱਥੇ ਪਰਮੇਸ਼ਰ ਦੇ ਅੱਗੇ ਬੋਲਣੇ ਕਰਕੇ, ਕੋਈ ਦੋਸ਼ਣ ਅਰੂਪਣੇ ਕਰਕੇ ਹਾਰ ਹੁੰਦੀ ਹੋਵੇ, ਉੱਥੇ ਮਹਾਰਾਜ ਕਹਿੰਦੇ ਭਾਈ ਤਿੱਥੈ ਚੰਗੀ ਚੁੱਪ। ਉੱਥੇ ਚੁੱਪ ਚੰਗੀ ਹੈ, ਭਾਣਾ ਮੰਨਣਾ ਚਾਹੀਦਾ ਹੈ, ਹੱਥ ਜੋੜ ਕੇ ਹੀ ਆਖਣਾ ਚਾਹੀਦਾ ਮਹਾਰਾਜ ਸ਼ੁਕਰ ਹੀ ਕੀਤਾ, ਬਹੁਤ ਭਲਾ ਹੀ ਕੀਤਾ। ਉੱਥੇ ਮਹਾਰਾਜ ਕਹਿੰਦੇ ਭਾਈ ਚੁੱਪ ਰਹਿਣਾ ਚਾਹੀਦਾ, ਭਾਣਾ ਮੰਨਣਾ ਚਾਹੀਦਾ। ਪੌੜੀ ਦੁਆਰਾ ਹਜੂਰ ਫਰਮਾਉਂਦੇ ਹਨ, ਚਾਰੇ ਕੁੰਡਾਂ ਦੇਖ। ਇਹ ਚਾਰ ਕੁੰਡਾਂ ਜਿਹੜੀਆਂ ਉੱਤਰ ਦੱਖਣ ਪੂਰਬ ਪਸ਼ਚਮ, ਚਾਰ ਕੁੰਡਾਂ ਹਨ। ਚਾਰ ਖਾਣੀਆਂ ਅੰਡ ਜੇਰਜ ਸੇਤਜ ਉਤਪੁਜ, ਚਾਰ ਖਾਣੀਆਂ ਹਨ ਉੱਤਮ ਮੱਧਮ। ਸੋ ਚਾਰ ਜਿਹੜੇ ਮਹਾਰਾਜ ਕਹਿੰਦੇ ਚਾਰੇ ਕੁੰਡਾਂ, ਚਾਰ ਕੁੰਡਾਂ ਹਨ ਉੱਤਮ ਮੱਧਮ ਕਨਿਸ਼ਟ ਤੇ ਨੀਚ। ਇਹ ਢੂੰਡ ਕਰਕੇ ਮਹਾਰਾਜ ਕਹਿੰਦੇ ਭਾਈ ਖੋਜ ਕਰਕੇ ਅੰਦਰ ਭਾਲਿਆ। ਮਹਾਰਾਜ ਕਹਿੰਦੇ ਇਹਨਾਂ ਨੂੰ ਢੂੰਡਿਆ, ਪਰ ਕਿਤੋਂ ਵੀ ਚੌਂ ਕੁੰਡਾਂ ਵਿੱਚੋਂ, ਚਾਰਾਂ ਦਿਸ਼ਾਵਾਂ ਵਿੱਚੋਂ, ਚਾਰ ਖਾਣੀਆਂ ਵਿੱਚੋਂ ਮਹਾਰਾਜ ਕਹਿੰਦੇ ਭਾਈ ਕਿਤੋਂ ਨਹੀਂ ਪਰਮੇਸ਼ਰ ਲੱਭਦਾ। ਅੰਦਰੋਂ ਭਾਲਿਆ, ਜਦੋਂ ਅੰਦਰੋਂ ਭਾਲਿਆ ਖੋਜਣਾ ਕੀਤਾ, ਸੱਚਾ ਪੁਰਖ ਅਲਖ। ਉਹ ਫਿਰ ਜੋ ਸੱਚਾ ਹੈ, ਸਦਾ ਰਹਿਣ ਵਾਲਾ ਹੈ, ਤਿੰਨਾਂ ਕਾਲਾਂ ਵਿੱਚ ਹੈ, ਤੇ ਫਿਰ ਪੁਰਖ ਪੂਰਨ ਹੈ, ਅਲਖ ਲਖੇ ਜਾਣ ਤੋਂ ਰਹਿਤ ਹੈ, ਜਿਹਨੂੰ ਸ਼ਕਤੀ ਬਿਰਤੀ ਕਰਕੇ ਲਖਿਆ ਨਹੀਂ ਜਾ ਸਕਦਾ। ਸਿਰਜ ਨਿਹਾਲਿਆ, ਜਿਸ ਨੇ ਸਾਰੀ ਕਾਇਨਾਤ ਨੂੰ ਸਿਰਜਣਾ ਕੀਤਾ ਹੈ, ਉਸ ਨੂੰ ਫਿਰ ਨਿਹਾਲਿਆ, ਵੇਖ ਲਿਆ। ਨਿਹਾਲਣ ਦਾ ਅਰਥ ਹੁੰਦਾ ਵੇਖਣਾ। ਮਹਾਰਾਜ ਕਹਿੰਦੇ ਜਦੋਂ ਆਪਣੇ ਅੰਦਰੋਂ ਭਾਲ ਕੀਤੀ ਨਾ, ਜੇ ਤਾਂ ਚੌਂ ਕੁੰਡਾਂ 'ਚ ਹੀ ਭਾਲਦਾ ਰਿਹਾ, ਜੇ ਚਾਰ ਕੁੰਡਾਂ ਉੱਤਰ ਦੱਖਣ ਪੂਰਬ ਪਸ਼ਚਮ ਹੀ ਭਾਲਦਾ ਰਿਹਾ, ਫਿਰ ਨਹੀਂ ਲੱਭਣਾ। ਅੰਦਰੋਂ ਭਾਲਿਆ, ਜਦੋਂ ਅੰਦਰੋਂ ਆਪਣੇ ਭਾਲਿਆ, ਵੇਖਿਆ ਵੀ ਸੱਚ ਸਰੂਪ ਸਦਾ ਰਹਿਣ ਵਾਲਾ ਜਿਹੜਾ ਸਭ ਥਾਵਾਂ ਤੇ ਵਿਆਪਕ ਹੈ, ਜਿਹਨੇ ਸਾਰੀ ਕਾਇਨਾਤ ਨੂੰ ਸਿਰਜਿਆ ਹੈ, ਜਿਹੜਾ ਸ਼ਕਤੀ ਬਿਰਤੀ ਕਰਕੇ ਲਖਿਆ ਨਹੀਂ ਜਾਂਦਾ, ਉਹਨੂੰ ਫਿਰ ਮਹਾਰਾਜ ਕਹਿੰਦੇ ਨਿਹਾਲ ਲਿਆ, ਵੇਖ ਲਿਆ। ਉਹ ਨਿਹਾਲ ਹੋ ਜਾਂਦੇ ਆ। ਉਝੜ ਭੁੱਲੇ ਰਾਹ। ਇਹ ਸੰਸਾਰ ਸਾਧ ਸੰਗਤ ਜੀ ਬੀਆਬਾਨ ਉਜਾੜ ਹੈ, ਜੰਗਲ ਹੈ। ਇਹ ਉਦਿਆਨ ਬਸਨੰ ਸੰਸਾਰੰ ਮਹਾਰਾਜ ਨੇ ਕਿਹਾ ਹੈ। ਗੁਰੂ ਅਰਜਨ ਸਾਹਿਬ ਜੀ ਨੇ ਸਹਿਸਕ੍ਰਿਤੀ ਦੇ ਅੰਦਰ ਵੀ ਸੰਬੰਧੀ ਸਵਾਨ ਸਿਆਲ ਖਰ ਹੈ। ਮਹਾਰਾਜ ਨੇ ਕਿਹਾ ਇਹ ਸੰਸਾਰ ਜਿਹੜਾ ਹੈ ਨਾ, ਇਹ ਉਜਾੜ ਹੈ। ਤੇ ਉਹ ਫਿਰ ਉਹਨਾਂ ਕਿਹਾ ਮਹਾਰਾਜ ਉਜਾੜ 'ਚ ਤਾਂ ਫਿਰ ਕੁੱਤੇ ਖੋਤੇ ਤੇ ਗਿੱਦੜ ਹੁੰਦੇ ਆ। ਮਹਾਰਾਜ ਕਹਿੰਦੇ ਇੱਥੇ ਵੀ ਹੈਗੇ। ਉਹ ਮਹਾਰਾਜ ਕਿਹੜੇ ਆ? ਮਹਾਰਾਜ ਨੇ ਕਿਹਾ ਸੰਬੰਧੀ ਸਵਾਨ ਸਿਆਲ ਖਰ ਹੈ। ਇਹ ਜਿਹੜੇ ਸੰਬੰਧੀ ਰਿਸ਼ਤੇਦਾਰ ਹੈ ਨਾ, ਇੱਥੇ ਮਹਾਰਾਜ ਕਹਿੰਦੇ ਕੁੱਤਿਆਂ ਗਿੱਦੜਾਂ ਤੇ ਖੋਤਿਆਂ ਦੀ ਤਰ੍ਹਾਂ ਹਨ। ਕਿਉਂਕਿ ਜੰਗਲੀ ਕੁੱਤੇ ਪਾੜ ਦਿੰਦੇ ਆ, ਫਿਰ ਗਿੱਦੜ ਜਿਹੜੇ ਆ ਉਹ ਬੜੀਆਂ ਡਰਾਉਣੀਆਂ ਆਵਾਜ਼ਾਂ ਕੱਢਦੇ ਆ, ਖੋਤੇ ਦਲੱਤੇ ਮਾਰਦੇ ਆ। ਜਿਹੜੇ ਇਸ ਤਰ੍ਹਾਂ ਦੇ ਰਿਸ਼ਤੇਦਾਰ ਆ, ਮਹਾਰਾਜ ਕਹਿੰਦੇ ਭਾਈ ਲਾਲਚੀ ਕੁੱਤਿਆਂ ਦੀ ਤਰ੍ਹਾਂ ਪਾੜਨ ਨੂੰ ਹੀ ਹਰ ਵੇਲੇ ਭੱਜਦੇ ਆ, ਉਹ ਤਾਂ ਸ਼ਿਕਾਰੀ ਕੁੱਤਿਆਂ ਦੀ ਤਰ੍ਹਾਂ ਹਨ। ਜਿਹੜੇ ਮਹਾਰਾਜ ਕਹਿੰਦੇ ਬੁਝਦਲੀ ਵਾਲਾ ਉਪਦੇਸ਼ ਦਿੰਦੇ ਆ ਭਾਈ, ਉਹ ਗਿੱਦੜਾਂ ਦੀ ਤਰ੍ਹਾਂ ਹਨ। ਧਰਮ ਦੇ ਉੱਤੇ ਵਾਧਾ ਹੋ ਜੇ, ਕਹਿੰਦੇ ਨਾ ਨਾ ਕੀ ਕਰਨਾ, ਅੰਦਰ ਬਹੁਤ ਤੋਂ ਲੁਕ ਕੇ, ਇਸ ਤਰ੍ਹਾਂ ਦਾ ਜਿਹੜਾ ਸਿੱਖਿਆ ਦਿੰਦੇ ਉਹ ਗਿੱਦੜਾਂ ਦੀ ਤਰ੍ਹਾਂ ਹਨ। ਤੇ ਫਿਰ ਮਹਾਰਾਜ ਕਿਹਾ ਕਿ ਭਾਈ ਜਿਹੜਾ ਮੌਕਾ ਵੇਖਦੇ ਰਹਿੰਦੇ ਆ ਕਿ ਕਦੋਂ ਆਪਣਾ ਵੈਰ ਕੱਢਾਂ, ਤੇ ਉਹ ਖੋਤੇ ਦੀ ਤਰ੍ਹਾਂ ਦਲੱਤੇ ਮਾਰਨ ਵਾਲੇ ਆ। ਇਹ ਸੰਸਾਰ ਉਜਾੜ ਵੈ, ਤੇ ਅਗਿਆਨ ਦੇ ਰਾਹ ਜਿਹੜੇ ਆ ਜੀਵ ਭੁੱਲ ਗਏ ਹਨ, ਵਿਸ਼ਿਆਂ ਵਕਾਰਾਂ ਦੇ ਰਾਹ ਤੇ ਭੁੱਲ ਗਏ ਆ। ਗੁਰ ਵੇਖਾਲਿਆ, ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਤੇ ਭਾਵ ਭਗਤੀ ਦਾ ਮਾਰਗ ਵਿਖਾਲਿਆ, ਗਿਆਨ ਦਾ ਮਾਰਗ ਵਿਖਾਲਿਆ। ਇਹ ਤਾਂ ਨਿਰੰਕਾਰ ਨੇ ਕਿਰਪਾ ਕੀਤੀ, ਗੁਰੂ ਨਾਨਕ ਸਾਹਿਬ ਰੂਪ ਹੋ ਕਰਕੇ। ਸਤਿਗੁਰਾਂ ਨੇ ਸਿੱਖੀ ਦਾ ਰਾਹ ਜਿਹੜਾ ਸੀ ਸੰਸਾਰ ਦੇ ਤਾਂ ਹੀ ਵਿਖਾਲਣਾ ਕੀਤਾ।
ਮੁਕਤੀ ਦਾ ਰਾਹ ਮਹਾਰਾਜ ਜੀ ਨੇ ਗਿਆਨ ਦਾ ਰਾਹ ਦਿਖਾਲਣਾ ਕੀਤਾ। ਸਤਿਗੁਰ ਸੱਚੇ ਵਾਹੋ। ਉਸ ਸਤਿਗੁਰੂ ਜੀ ਨੂੰ ਜੋ ਮਹਾਰਾਜ ਕਹਿੰਦੇ ਭਾਈ ਨਿਰੰਕਾਰ ਸਾਡਾ ਸਤਿਗੁਰੂ ਹੈ ਨਾ, ਸਦਾ ਰਹਿਣ ਵਾਲਾ ਹੈ। ਮਹਾਰਾਜ ਕਹਿੰਦੇ ਭਾਈ ਵਾਹੋ, ਸ਼ਾਬਾਸ਼ ਹੈ, ਧੰਨਵਾਦ ਹੈ, ਵਾਹ ਅਚਰਜ ਹੈ ਉਹ ਸੱਚਾ ਸਤਿਗੁਰੂ। ਸੱਚ ਸੰਭਾਲਿਆ, ਜਿਸ ਦੀ ਕਿਰਪਾ ਨਾਲ ਅਸੀਂ ਸੱਚ ਨੂੰ ਸੰਭਾਲਿਆ ਹੈ, ਸੱਚੇ ਨਾਮ ਦਾ ਜਿਹੜਾ ਹੈ ਉਹ ਸੇਵਨ ਕੀਤਾ ਹੈ। ਉਸ ਸਤਿਗੁਰੂ ਜੀ ਨੂੰ ਮਹਾਰਾਜ ਕਹਿੰਦੇ ਭਾਈ ਵਾਹੋ ਅਚਰਜ ਕਹੀਏ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੂੰ ਵਾਹ ਅਚਰਜ ਕਹੀਏ, ਜਿਨ੍ਹਾਂ ਦੀ ਕਿਰਪਾ ਨਾਲ ਸਾਧ ਸੰਗਤ ਜੀ ਸਾਨੂੰ ਇਹ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਹੋਈ, ਜਿਨ੍ਹਾਂ ਦੀ ਕਿਰਪਾ ਨਾਲ ਖਾਲਸੇ ਨੇ ਗੁਰ ਮੰਤਰ ਨੂੰ ਸੰਭਾਲਿਆ, ਰਹਿਤ ਨੂੰ ਪ੍ਰਾਪਤ ਕੀਤਾ। ਐਸੇ ਸਤਿਗੁਰੂ ਜੀ ਨੂੰ ਵਾਹ ਅਚਰਜ ਕਹੀਏ, ਧੰਨਵਾਦ ਕਹੀਏ। ਮਹਾਰਾਜ ਤੁਸੀਂ ਸਾਨੂੰ ਜੂਨਾਂ 'ਚ ਭਟਕਦਿਆਂ ਨੂੰ ਕਿਰਪਾ ਕਰਕੇ ਮਹਾਰਾਜ ਅੰਮ੍ਰਿਤ ਦੀ ਦਾਤ ਦੇ ਕੇ ਕੱਢਿਆ ਹੈ। ਇਸੇ ਸਤਿਗੁਰੂ ਜੀ ਨੂੰ ਮਹਾਰਾਜ ਨੇ ਕਿਹਾ ਨਾ ਕਿ ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੈ। ਐਸੇ ਸਤਿਗੁਰੂ ਜੀ ਤੋਂ ਭਾਈ ਬਲਹਾਰ ਕੁਰਬਾਨ ਜਾਈਏ। ਵਾਹੋ ਅਚਰਜ ਹਨ ਐਸੇ ਸਤਿਗੁਰੂ ਜੀ, ਜਿਨ੍ਹਾਂ ਦੀ ਕਿਰਪਾ ਨਾਲ ਭਾਈ ਗੁਰਸਿੱਖਾਂ ਨੇ ਸੱਚ ਨੂੰ ਸੰਭਾਲਿਆ ਏ, ਜਪਿਆ ਏ। ਪਾਇਆ ਰਤਨ ਘਰਾਹੋ। ਤੇ ਇਉਂ ਸਤਿਗੁਰੂ ਜੀ ਕਹਿੰਦੇ ਫਿਰ ਕੀ ਸਤਿਗੁਰਾਂ ਦੀ ਕਿਰਪਾ ਨਾਲ ਕਲਾ ਵਰਤੀ, ਪਾਇਆ ਰਤਨ ਘਰਾਹੋ। ਘਰ ਦੇ ਅੰਦਰੋਂ ਹੀ ਹਿਰਦੇ ਵਿੱਚੋਂ ਨਾਮ ਰੂਪੀ ਰਤਨ ਜਿਹੜਾ ਨਾ ਉਹ ਫਿਰ ਸਾਧ ਸੰਗਤ ਜੀ ਪਾ ਲਈਦਾ, ਪ੍ਰਾਪਤ ਹੋ ਜਾਂਦਾ ਏ। ਦੀਵਾ ਬਾਲਿਆ, ਸ਼ਬਦ ਦਾ ਦੀਵਾ ਫਿਰ ਜਿਨ੍ਹਾਂ ਨੇ ਬਾਲਿਆ ਨਾ ਅੰਦਰ, ਤੇ ਜਦੋਂ ਸ਼ਬਦ ਦਾ ਦੀਵਾ ਬਾਲਿਆ, ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤਿਹ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਜਦੋਂ ਸ਼ਬਦ ਦਾ ਦੀਵਾ ਅੰਦਰ ਜਗਾਇਆ ਨਾ, ਜਿਵੇਂ ਭਗਤ ਕਬੀਰ ਜੀ ਨੇ ਕਿਹਾ ਕਿ ਅੰਧਿਆਰੇ ਦੀਪਕ ਚਾਹੀਏ, ਹਨੇਰੇ ਵਿੱਚ ਦੀਪਕ ਦੀਵਾ ਚਾਹੀਦਾ। ਤੇ ਫਿਰ ਕੀ ਹੁੰਦਾ ਜਦੋਂ ਅੰਦਰ ਦੀਵਾ ਜਗਾਈਏ, ਇੱਕ ਬਸਤ ਅਗੋਚਰ ਲਹੀ ਹੈ, ਬਸਤ ਅਗੋਚਰ ਪਾਈ, ਘਟ ਦੀਪਕ ਰਹਿਆ ਸਮਾਈ। ਅੰਦਰ ਜਦੋਂ ਦੀਵਾ ਬਾਲਿਆ, ਅਗੋਚਰ ਵਸਤੂ ਜਿਹੜੀ ਸੀ ਪਰਮੇਸ਼ਰ ਦੇ ਨਾਮ ਦੀ, ਉਹ ਸਾਧ ਸੰਗਤ ਜੀ ਅੰਦਰੋਂ ਪ੍ਰਾਪਤ ਹੋ ਗਈ। ਇਸੇ ਪ੍ਰਕਾਰ ਹੀ ਪਾਇਆ ਰਤਨ ਘਰਾਹੋ। ਜਿਹਨੂੰ ਸਾਧ ਸੰਗਤ ਜੀ ਪਾ ਕਰਕੇ ਹੋਰ ਕੋਈ ਰਤ ਪ੍ਰੀਤੀ ਨਾ ਰਹੇ, ਐਸਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਨਾਮ ਰਤਨ ਜਿਹੜਾ ਸੀ ਨਾ ਉਹ ਪ੍ਰਾਪਤ ਹੋਇਆ। ਘਰਾਹੋ ਘਿਓ ਪਾ ਕਰਕੇ ਮਹਾਰਾਜ ਕਹਿੰਦੇ ਭਾਈ ਪ੍ਰੇਮ ਦਾ ਦੀਵਾ ਬਾਲਿਆ। ਅੰਤਸ਼ਕਰਨ ਰੂਪੀ ਠੂਠੀ ਹੈ, ਇਹਦੇ ਵਿੱਚ ਸਾਧ ਸੰਗਤ ਜੀ ਇਉਂ ਪ੍ਰੇਮ ਦਾ ਘਿਓ ਪਾਇਆ ਹੈ, ਭਾਉ ਦੀ ਬੱਤੀ ਲਾਈ ਹੈ, ਗਿਆਨ ਦੀ ਅੱਗ ਨੂੰ ਜਗਾ ਕਰਕੇ ਦੀਵਾ ਜਿਹੜਾ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਬਾਲਿਆ ਨਿਹਾਲ ਹੋ ਗਏ ਆ। ਸੱਚਾ ਸ਼ਬਦ ਸਲਾਹੇ, ਸੱਚੇ ਸ਼ਬਦ ਦੁਆਰਾ ਨਿਰੰਕਾਰ ਦੀ ਭਾਈ ਸਲਾਹ ਜਿਹੜੀ ਆ ਉਸਤਤ ਉਹ ਕਰਨੀ ਚਾਹੀਏ। ਸੁਖੀਏ ਸੱਚ ਵਾਲਿਆ, ਜਿਹੜੇ ਫਿਰ ਕਰਦੇ ਆ ਨਾ ਉਹ ਸੁਖੀਏ ਸੁਖ ਵਾਲੇ ਆ, ਤੇ ਸੱਚ ਵਾਲੇ ਆ, ਸੱਚੇ ਨਾਮ ਦੀ ਕਮਾਈ ਵਾਲਿਆਂ ਵਾਲੇ ਹਨ। ਜਿਹੜੇ ਸ਼ਬਦ ਦੁਆਰਾ ਵਾਹਿਗੁਰੂ ਦੀ ਉਸਤਤ ਕਰਦੇ ਆ, ਪੂਰੇ ਗੁਰੂ ਜੀ ਦੇ ਸ਼ਬਦ ਦੀ ਕਮਾਈ ਕਰਦੇ, ਨਿਰੰਕਾਰ ਦਾ ਜਸ ਗਾਉਂਦੇ ਆ, ਮਹਾਰਾਜ ਕਹਿੰਦੇ ਉਹ ਸੁਖ ਵਾਲੇ ਹਨ। ਤੇ ਸਾਧ ਸੰਗਤ ਜੀ ਸੱਚੇ ਨਾਮ ਦੀ ਕਮਾਈ ਵਾਲੇ ਹਨ। ਨਿਡਰਿਆ ਡਰ ਲੱਗ, ਜਿਹੜੇ ਨਿਡਰ ਹਨ, ਪਰਮੇਸ਼ਰ ਦਾ ਡਰ ਨਹੀਂ ਮੰਨਦੇ। ਲੈ ਕੀ ਲੱਗਣ ਲੱਗਾ, ਕੌਣ ਵੇਖਦਾ, ਤੂੰ ਕਰ ਕੋਈ ਨਹੀਂ, ਪੀ ਲੈ ਸ਼ਰਾਬ। ਇਉਂ ਸਾਧ ਸੰਗਤ ਜੀ ਜਿਹੜੇ ਪਰਮੇਸ਼ਰ ਦਾ ਡਰ ਨਹੀਂ ਮੰਨਦੇ, ਗੁਨਾਹਾਂ ਨੂੰ ਕਰਦੇ ਐ, ਪਾਪਾਂ ਨੂੰ ਕਰਦੇ ਐ, ਨਿਡਰਿਆ ਡਰ ਲੱਗ, ਉਹਨਾਂ ਨੂੰ ਮਹਾਰਾਜ ਕਹਿੰਦੇ ਸਦਾ ਹੀ ਡਰ ਲੱਗਦਾ ਰਹਿੰਦਾ। ਫਿਰ ਉਹ ਸਦਾ ਹੀ ਡਰ ਚ ਵੱਸਦੇ ਐ। ਇੱਥੇ ਵੀ ਤਗੜੇ ਤੋਂ ਡਰਦੇ ਰਹਿੰਦੇ ਐ, ਸਾਧ ਸੰਗਤ ਜੀ ਦੁੱਖਾਂ ਤੋਂ ਡਰਦੇ ਰਹਿੰਦੇ ਐ, ਬਹੁਤ ਜ਼ਿਆਦਾ ਹਾਏ ਕਿਤੇ ਕੀ ਹੋ ਜਾਏਗਾ, ਕਿਵੇਂ ਜੀਵਾਂਗੇ, ਡਰਦੇ ਹੀ ਰਹਿੰਦੇ ਐ। ਤੇ ਫਿਰ ਜਮਾਂ ਦਾ ਡਰ ਵੀ ਜਿਹੜਾ ਨਾ ਉਹ ਨਹੀਂ ਮੁੱਕਦਾ, ਮੌਤ ਦਾ ਡਰ ਨਹੀਂ ਮੁੱਕਦਾ, 7 ਪ੍ਰਕਾਰ ਦਾ ਡਰ ਉਹਨਾਂ ਨੂੰ ਚਿੰਬੜਿਆ ਹੀ ਰਹਿੰਦਾ ਏ। ਗਰਭ ਸੇ ਗਾਲਿਆ, ਇਹ ਗਰਭ ਬੱਬੇ ਨਾਲ ਹੈ, ਤੇ ਜੇ ਭੱਬੇ ਨਾਲ ਹੋਵੇ ਤੇ ਫਿਰ ਮਾਤਾ ਦੇ ਉਦਰ ਦਾ ਗਰਭ ਹੁੰਦਾ ਹੈ, ਜੇਰਜ ਖਾਣੀ ਜਿਹੜੀ ਹੈ। ਇੱਥੇ ਬੱਬੇ ਨਾਲ ਹੈ ਤੋ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਗਰਭ ਹੰਕਾਰ ਦੇ ਵਿੱਚ ਉਹ ਗਾਲਿਆ ਗਲੇ ਪਏ ਐ। ਇਹੋ ਜੀ ਉਹਨਾਂ ਦੀ ਬੁਰੀ ਹਾਲਤ ਹੈ। ਹੰਕਾਰ ਕਰਦੇ ਹੋਏ ਪਰਮੇਸ਼ਰ ਦਾ ਇੱਕ ਤਾਂ ਡਰ ਨਹੀਂ ਮੰਨਦੇ,
ਕਹਿੰਦੇ ਨਿਡਰ ਹਾਂ ਅਸੀਂ, ਬੇਖੌਫ ਹਾਂ ਅਸੀਂ, ਸਾਨੂੰ ਨਹੀਂ ਡਰ, ਪਰ ਅੰਦਰੋਂ ਮਹਾਰਾਜ ਕਹਿੰਦੇ ਡਰ ਚ ਵੱਸਦੇ ਪਏ ਆ। ਮੌਤ ਦਾ ਡਰ ਖੌਫ ਖਾ ਰਿਹਾ ਹੈ ਅੰਦਰ ਹੀ ਅੰਦਰ, ਡਰ ਦੇ ਵਿੱਚ ਹੀ ਜੀਵਨ ਬਤੀਤ ਕਰ ਰਹੇ ਹੈ। ਹੰਕਾਰ ਨੇ ਮਹਾਰਾਜ ਕਹਿੰਦੇ ਹਿਰਦਾ ਗਾਲ ਛੱਡਿਆ ਏ, ਸ਼ੁਭ ਗੁਣਾ ਤੋਂ ਹੀਣੇ ਹੋ ਗਏ ਆ। ਨਾਵਹ ਭੁੱਲਾ ਜਗ, ਇਹ ਸਾਰਾ ਜਗਤ ਹੀ ਨਾਮ ਤੋਂ ਭੁੱਲ ਗਿਆ ਹੈ, ਜਿਸ ਕਰਕੇ ਮਹਾਰਾਜ ਨੇ ਕਿਹਾ ਕਿ ਭਾਈ ਗੁਨਾਹਾਂ ਦੇ ਰਾਹ ਹੀ ਪਿਆ ਹੋਇਆ ਏ। ਫਿਰ ਬੇਤਾਲਿਆ, ਤੇ ਫਿਰਦੇ ਕਿਵੇਂ ਆ? ਮਹਾਰਾਜ ਕਹਿੰਦੇ ਭੂਤਨਿਆਂ ਦੀ ਤਰ੍ਹਾਂ ਫਿਰਦੇ ਆ। ਇਹੋ ਜੀ ਇਹਨਾਂ ਦੀ ਹਾਲਤ ਹੈ। ਇਹ ਜਗਤ ਦੇ ਜੀਵ ਜਿਹੜੇ ਐ ਫਿਰ ਹੈ ਬੇਤਾਲਿਆ। ਜਿਹੜਾ ਸਾਧ ਸੰਗਤ ਜੀ ਤਾਲ ਹੁੰਦਾ ਸੁਰ, ਤੇ ਤਾਲ ਕੀ ਹੈ? ਵਾਹਿਗੁਰੂ ਦੀ ਭਗਤੀ ਕਰਨੀ, ਸਤ ਸੰਗਤ ਕਰਨੀ। ਇਸ ਤਾਲ ਤੋਂ ਬੇਸੁਰ ਹੋ ਗਏ ਆ, ਉਖੜ ਗਏ ਆ। ਕੀ ਕਰਦੇ ਆ? ਪੱਬਾਂ ਕਲੱਬਾਂ ਚ ਜਾਂਦੇ ਆ, ਮਾੜਿਆਂ ਥਾਵਾਂ ਤੇ ਜਾਂਦੇ ਆ, ਵਿਕਾਰਾਂ ਵਾਲੀ ਬਿਰਤੀ ਨਾਲ ਫੁਰਨੇ ਮਾੜੇ ਕਰਦੇ ਆ, ਪਾਪਾਂ ਦੇ ਕਰਮਾਂ ਨੂੰ ਕਰਦੇ ਆ, ਸੁਰ ਤੋਂ ਤਾਲ ਤੋਂ ਉਖੜ ਗਏ ਆ। ਪਰਮੇਸ਼ਰ ਦੇ ਨਾਮ ਵਾਲਾ ਤਾਲ ਨਹੀਂ ਪੂਰਦੇ, ਇਹ ਤਾਂ ਔਗਣਾ ਦੇ ਪਾਪਾਂ ਵਾਲਾ ਤਾਲ ਮਹਾਰਾਜ ਕਹਿੰਦੇ ਭਾਈ ਪੂਰੀ ਜਾਂਦੇ ਆ। ਇਹੋ ਜੀ ਇਹਨਾਂ ਦੀ ਹਾਲਤ ਹੈ। ਨਾਮ ਤੋਂ ਬਿਨਾ ਸਾਰਾ ਜਗਤ ਹੀ ਮਹਾਰਾਜ ਕਹਿੰਦੇ ਬਿਨ ਨਾਵੈ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਇਹ ਬੇਤਾਲਿਆ ਭੂਤਨਿਆਂ ਦੀ ਤਰ੍ਹਾਂ ਤੁਰੇ ਫਿਰਦੇ ਹਨ। ਪੜ੍ਹ ਦਿਓ। ਸ਼ਲੋਕ ਮਹਲਾ ਤੀਜਾ। ਅਗਲਾ ਸ਼ਬਦ ਆਰੰਭ ਹੁੰਦਾ ਹੈ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ ਸ਼ਲੋਕ ਦੇ ਅੰਦਰ। ਭੈ ਵਿੱਚ ਜਮੈ ਭੈ ਮਰੈ। ਸਤਿਗੁਰੂ ਜੀ ਨੂੰ ਸਿੱਖਾਂ ਨੇ ਬੇਨਤੀ ਕਰਕੇ ਪੁੱਛਿਆ, ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਇਹ ਉਪਦੇਸ਼ ਸੁਣਿਆ ਨਾ, ਤੇ ਫਿਰ ਸਿੱਖ ਕਹਿੰਦੇ ਮਹਾਰਾਜ ਜੀਵਨ ਸਫਲ ਕਿਵੇਂ ਹੋਵੇ? ਮਹਾਰਾਜ ਇਹ ਕਿਰਪਾ ਕਰਕੇ ਦੱਸੋ। ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹਨ ਸਿੱਖਾਂ ਦੇ ਪੁੱਛਣ ਤੇ ਕਿ ਭਾਈ ਜਨਮ ਜਿਹੜਾ ਹੈ ਜੀਵ ਦਾ ਸਫਲ ਕਿਵੇਂ ਹੋ ਸਕਦਾ ਏ? ਭੈ ਵਿੱਚ ਜਮੈ ਭੈ ਮਰੈ। ਮਹਾਰਾਜ ਨੇ ਕਿਹਾ ਜਦੋਂ ਜਨਮ ਲੈਂਦਾ ਹੈ ਨਾ, ਭੈ ਵਿੱਚ ਹੀ ਜਨਮ ਲੈਂਦਾ ਹੈ ਜੀਵ, ਤੇ ਜਦੋਂ ਮਰਦਾ ਹੈ ਉਦੋਂ ਵੀ ਭੈ ਵਿੱਚ ਹੀ, ਵਾਹਿਗੁਰੂ ਦੇ ਭੈ ਚ ਹੀ ਮਰ ਜਾਂਦਾ ਏ। ਭੇ ਭਾਉ ਮਨ ਮਹਿ ਹੋਏ। ਤੇ ਵਿਚਕਾਰ ਜਿਹੜਾ ਨਾ, ਇਹਦੇ ਮਨ ਚ ਭੈ ਨਹੀਂ ਰਹਿੰਦਾ। ਜਨਮਦਾ ਵੀ ਭੈ ਚ ਹੈ, ਮਰਦਾ ਵੀ ਭੈ ਚ ਹੈ, ਪਰ ਵਿਚਕਾਰ ਜਦੋਂ ਜ਼ਿੰਦਗੀ ਜਿਉਂਦਾ ਨਾ, ਉਦੋਂ ਨਹੀਂ ਭੈ ਕਰਦਾ, ਉਦੋਂ ਪਾਪ ਹੀ ਕਰੀ ਜਾਂਦਾ, ਗੁਨਾਹ ਹੀ ਕਰੀ ਜਾਂਦਾ, ਉਦੋਂ ਪਰਮੇਸ਼ਰ ਕੋਲੋਂ ਡਰਦਾ ਹੀ ਨਹੀਂ। ਹਜੂਰ ਕਹਿੰਦੇ ਭੀ ਭਾਉ ਮਨ ਮੈਂ ਹੋਏ। ਭੀ ਫਿਰ ਵੀ ਜੇ ਜਦੋਂ ਜਨਮਿਆ ਭੈ ਚ ਹੈ, ਮਰਨਾ ਭੈ ਚ ਹੈ, ਤੇ ਵਿਚਕਾਰ ਜਿਹੜਾ ਜੇ ਇਹ ਵੀ ਸਮਾਂ ਮਹਾਰਾਜ ਨੇ ਕਿਹਾ ਭੀ ਵੀ ਇਹ ਭੈ ਵਿੱਚ ਬਤੀਤ ਕਰੇ, ਵਾਹਿਗੁਰੂ ਦਾ ਭੈ ਰੱਖਣਾ ਕਰੇ। ਨਾਨਕ ਭੈ ਵਿੱਚ ਜੇ ਮਰੈ। ਹਜੂਰ ਕਹਿੰਦੇ ਇਉਂ ਭੈ ਰੱਖਦਾ ਹੋਇਆ ਜੇ ਜੀਵਤ ਭਾਵ ਤੋਂ ਮਰਨਾ ਕਰੇ। ਸਹਿਲਾ ਆਇਆ ਸੋਏ। ਫਿਰ ਉਹਦਾ ਜਿਹੜਾ ਹੈ ਨਾ ਆਇਆ ਜਨਮ ਲੈ ਕਰਕੇ ਸਹਿਲਾ ਸਫਲ ਹੋ ਜਾਂਦਾ ਹੈ। ਉਹਦਾ ਜਨਮ ਮਹਾਰਾਜ ਕਹਿੰਦੇ ਸਫਲ ਹੁੰਦਾ ਹੈ ਜਿਹੜਾ ਪਰਮੇਸ਼ਰ ਦੇ ਭੈ ਵਿੱਚ ਜਿਉਂਦਾ ਹੈ। ਜੰਮਿਆ ਵੀ ਭੈ ਚ ਹੈ, ਮਰੇਗਾ ਵੀ ਭੈ ਚ ਹੀ, ਪਰ ਜ਼ਿੰਦਗੀ ਦੇ ਦੌਰਾਨ ਨਹੀਂ ਭੈ ਕਰਦਾ ਨਿਰੰਕਾਰ ਦਾ। ਆਪਣੇ ਸਰੀਰ ਦੇ ਜ਼ੋਰ ਚ ਜਦੋਂ ਆ ਜਾਂਦਾ ਹੈ ਨਾ, ਕਹਿੰਦਾ ਲੈ ਮੈਂ ਨਾ ਲੱਤਾਂ ਨਾਲ ਤੁਰਾਂ ਤੇ ਕੌਣ ਤੋੜ ਲੇ, ਮੈਂ ਨਾ ਤੋੜ ਕੇ ਗਰਾਹੀ ਪਾਵਾਂ ਮੂੰਹ ਚ ਤੇ ਕੌਣ ਪਾ ਦੇ। ਕਿੱਥੇ ਆ ਪਰਮੇਸ਼ਰ? ਨਾਸਤਕ ਬਣ ਜਾਂਦਾ ਹੈ, ਭੈ ਨਹੀਂ ਰੱਖਦਾ ਵਾਹਿਗੁਰੂ ਦਾ ਕਿ ਤੇਰੇ ਜਨਮ ਤੋਂ ਪਹਿਲਾਂ ਵੀ ਪਰਮੇਸ਼ਰ ਸੀਗਾ, ਤੇਰੇ ਮਰਨ ਤੋਂ ਬਾਅਦ ਵੀ ਉਹਨ ਹੋਣਾ ਹੈ। ਤੂੰ ਕੀ ਹੈ 40-50 ਸਾਲ ਦੀ 100 ਸਾਲ ਦੀ ਜ਼ਿੰਦਗੀ ਪਾ ਕੇ ਆ ਛੋਟਾ ਜਿਹਾ ਸਰੀਰ ਪਾ ਕੇ ਐਵੇਂ ਤੁੱਛ ਜੀ ਤਾਕਤ ਸਰੀਰ ਦੀ ਪਾ ਕੇ ਐਵੇਂ ਇੰਨਾ ਹੰਕਾਰ ਕਰੀ ਜਾਂਦਾ ਹੈ ਕਿ ਪਰਮੇਸ਼ਰ ਦੇ ਭੈ ਨੂੰ ਹੀ ਵਿਸਾਰ ਦਿੱਤਾ। ਜੇ ਹਜੂਰ ਕਹਿੰਦੇ ਵੀ ਭਾਈ ਇਹ ਭਾਉ ਰੱਖੇ ਨਾ ਮਨ ਦੇ ਅੰਦਰ, ਜ਼ਿੰਦਗੀ ਦੇ ਅੰਦਰ ਜਿੰਨਾ ਜੀਵਨ ਜਿਉਂਦਾ ਹੈ, ਤੇ ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਭੈ ਰੱਖਦਾ ਹੋਇਆ ਨਾਨਕ ਭੈ ਵਿੱਚ ਜੇ ਮਰੈ। ਜੇ ਵਾਹਿਗੁਰੂ ਦੇ ਭੈ ਵਿੱਚ ਹੀ ਜੀਵਤ ਭਾਵ ਤੋਂ ਮਰ ਜਾਵੇ ਤੇ ਭੈ ਵਿੱਚ ਰਹੇ ਤਾਂ ਮਹਾਰਾਜ ਕਹਿੰਦੇ ਭਾਈ ਸਹਿਲਾ ਆਇਆ ਸੋਏ। ਉਹਦਾ ਜਿਹੜਾ ਜਨਮ ਲੈ ਕਰਕੇ ਆਇਆ ਨਾ, ਉਹ ਸਹਿਲਾ ਸਫਲਾ ਹੋ ਜਾਂਦਾ ਏ। ਮਹਲਾ ਤੀਜਾ। ਸੱਚੇ ਪਾਤਸ਼ਾਹ ਗਰੀਬ ਨਵਾਜ ਫਰਮਾਉਂਦੇ ਹਨ, ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਭੈ ਵੇਣ ਜੀਵੈ ਬਹੁਤ ਬਹੁਤ। ਇਹ ਭੈ ਤੋਂ ਬਿਨਾ ਨਾ, ਵਾਹਿਗੁਰੂ ਦੇ ਡਰ ਤੋਂ ਬਿਨਾ ਬਹੁਤਾ ਜ਼ਿਆਦਾ ਜੀਵਨ ਚਾਹੁੰਦਾ ਹੈ,
ਬਹੁਤ ਜ਼ਿਆਦਾ ਜਿਹੜਾ ਵਾਹਿਗੁਰੂ ਦੇ ਡਰ ਤੋਂ ਬਿਨਾ ਮਹਾਰਾਜ ਕਹਿੰਦੇ ਭਾਈ ਜਿਹੜਾ ਬਹੁਤਾ ਜ਼ਿਆਦਾ ਜਿਉਣਾ ਹੈ ਭਾਵੇਂ ਕਿੰਨੀ ਜ਼ਿੰਦਗੀ ਜੀ ਲਵੇ, ਖੁਸ਼ੀਆਂ ਖੁਸ਼ੀ ਕਮਾਏ, ਤੇ ਖੁਸ਼ੀਆਂ ਕਹਿੰਦਾ ਮੈਨੂੰ ਪ੍ਰਾਪਤ ਹੋਣ। ਬਹੁਤ ਜ਼ਿਆਦਾ ਖੁਸ਼ੀਆਂ ਹੀ ਕਮਾਉਂਦਾ ਹੈ ਕਿ ਮੈਨੂੰ ਕਦੇ ਦੁੱਖ ਨਾ ਲੱਗੇ, ਸਦਾ ਮੈਂ ਖੁਸ਼ ਹੀ ਰਹਾ। ਪਰ ਵਾਹਿਗੁਰੂ ਦਾ ਭੈ ਨਹੀਂ ਆਪਣੇ ਮਨ ਵਿੱਚ ਪਾਉਂਦਾ, ਡਰ ਨਹੀਂ ਧਾਰਨ ਕਰਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਭਲਾ ਭੈ ਤੋਂ ਬਿਨਾ ਕਿੰਨਾ ਜੀਵਨ ਜੀ ਲਿਆ, ਤੇ ਬਹੁਤ ਜ਼ਿਆਦੀਆਂ ਖੁਸ਼ੀਆਂ ਹੀ ਖੁਸ਼ੀਆਂ ਕਮਾ ਲਈਆਂ ਕਿ ਖੁਸ਼ੀਆਂ ਹੀ ਖੁਸ਼ੀਆਂ ਪ੍ਰਾਪਤ ਹੋਣ। ਨਾਨਕ ਭੈ ਵਿਣ ਜੇ ਮਰੈ, ਮਹਾਰਾਜ ਕਹਿੰਦੇ ਵਾਹਿਗੁਰੂ ਦੇ ਭੈ ਨੂੰ ਧਾਰਨ ਕੀਤੇ ਤੋਂ ਬਿਨਾ ਜੇ ਇਸੇ ਤਰ੍ਹਾਂ ਹੀ ਮਰ ਗਿਆ, ਕਿਉਂਕਿ ਪ੍ਰਰਬਧ ਦੇ ਮੁਤਾਬਕ ਸਰੀਰ ਦਾ ਅੰਤ ਤਾਂ ਹੋਣਾ ਹੀ ਹੈ, ਤੇ ਜਦੋਂ ਫਿਰ ਵਾਹਿਗੁਰੂ ਦਾ ਭੈ ਹੀ ਨਾ ਧਾਰਨ ਕੀਤਾ, ਇੱਥੇ ਖੁਸ਼ੀਆਂ ਖਿਲਬਲੀਆਂ ਕਰਦਾ ਰਿਹਾ, ਮੌਜਾਂ ਮਾਣਦਾ ਰਿਹਾ ਕਿ ਬੜੇ ਆਨੰਦ ਹੈ, ਬੜੀਆਂ ਖੁਸ਼ੀਆਂ ਨੇ, ਚਹਿਲ ਪਹਿਲ ਹੈ, ਕਦੇ ਅੰਦਰ ਚਲੇ ਗਿਆ, ਕਦੇ ਬਾਹਰ ਆ ਗਿਆ, ਕਦੇ ਜੀ ਸਾਡਾ ਕਾਰੋਬਾਰ ਬੜਾ, ਸਾਡੇ ਕੋਲ ਵੇਲ ਹੀ ਨਹੀਂ ਹੈ। ਜਿੰਨੇ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਭੈ ਤੋਂ ਬਿਨਾ ਇੱਥੇ ਖੁਸ਼ੀਆਂ ਹੀ ਖੁਸ਼ੀਆਂ ਬੜੀਆਂ ਜ਼ਿਆਦੀਆਂ ਕਮਾਈਆਂ, ਬਹੁਤ ਜ਼ਿਆਦਾ ਕਹਿੰਦਾ ਅਸੀਂ ਪ੍ਰਸੰਨ ਹਾਂ, ਅਸੀਂ ਬੜੇ ਆਨੰਦ 'ਚ ਹਾਂ। ਮਹਾਰਾਜ ਕਹਿੰਦੇ ਵਾਹਿਗੁਰੂ ਦੇ ਭੈ ਤੋਂ ਬਿਨਾ ਭਾਈ ਜੇ ਪਰਰਬਦ ਮੁੱਕ ਗਈ ਤੇ ਮਰ ਗਿਆ ਸਰੀਰ, ਜਦੋਂ ਖਤਮ ਹੋ ਗਿਆ ਮੋਹੇ ਕਾਲਾ ਉੱਠ ਜਾਏ, ਫਿਰ ਪਾਪਾਂ ਕਰਕੇ ਮੂੰਹ ਕਾਲਾ ਕੀਤਾ ਜਾਵੇਗਾ ਤੇ ਸੰਸਾਰ ਤੋਂ ਮਹਾਰਾਜ ਕਹਿੰਦੇ ਕਾਲਾ ਮੂੰਹ ਲੈ ਕੇ ਉੱਠ ਕੇ ਚਲੇ ਜਾਵੇਗਾ। ਲਾਂਤਾ ਰੂਪੀ ਕਾਲਖ ਮੂੰਹ ਤੇ ਪਵੇਗਿਓ, ਤੂੰ ਉੱਥੇ ਜਾ ਕਰਕੇ ਖਾਧਾ ਪੀਤਾ ਮੌਜਾਂ ਤੇ ਬੜੀਆਂ ਉਡਾਈਆਂ, ਤੇ ਪਰ ਪਰਮੇਸ਼ਰ ਦਾ ਭੈ ਨਹੀਂ ਕੀਤਾ ਤਾਂ ਬਈ, ਨਾਮ ਤਾਂ ਜਪਿਆ ਨਹੀਂ, ਸਤ ਸੰਗਤ ਕੀਤੀ ਨਹੀਂ। ਫਿਰ ਸਾਧ ਸੰਗਤ ਜੀ ਪਾਪਾਂ ਰੂਪੀ ਕਾਲਖ ਹੀ ਮੂੰਹ ਤੇ ਮਲ ਕੇ ਨਾ ਤੇ ਉੱਠ ਕੇ ਸੰਸਾਰ ਤੋਂ ਖਾਲੀ ਹੱਥ ਚਲਿਆ ਜਾਂਦਾ ਏ। ਪੌੜੀ ਦੁਆਰਾ ਸਤਿਗੁਰੂ ਜੀ ਫਰਮਾਉਂਦੇ ਹਨ, ਸਤਿਗੁਰ ਹੋਏ ਦਇਆਲ। ਪੌੜੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਹੈ, ਕਿਉਂਕਿ ਵਾਰ ਸਤਿਗੁਰਾਂ ਜੀ ਦੀ ਹੈ। ਸਤਿਗੁਰੂ ਜੀ ਫਰਮਾਉਂਦੇ ਹਨ ਕਿ ਭਾਈ ਜੇ ਸਤਿਗੁਰੂ ਜੀ ਦਇਆਲ ਹੋ ਜਾਣ, ਮਹਾਰਾਜ ਤਾਂ ਹਨ ਹੀ ਦਇਆ ਦੇ ਆਲ ਘਰ। ਜੇ ਸਤਿਗੁਰੂ ਜੀ ਦੀ ਸ਼ਰਨ ਨਾ ਕੋਈ ਆਵੇ ਮਨੁੱਖਾ ਜਨਮ ਪਾ ਕਰਕੇ, ਤੇ ਫਿਰ ਸਾਧ ਸੰਗਤ ਜੀ ਵੇਖੋ ਕਿੱਡਾ ਘਾਟਾ ਪੈਂਦਾ। ਮਹਾਰਾਜ ਦੱਸਿਆ ਕਿ ਮੋਹ ਕਾਲਾ ਉੱਠ ਜਾਏ, ਵਾਹਿਗੁਰੂ ਦਾ ਡਰ ਨਹੀਂ ਮੰਨਦੇ ਤੇ ਕਾਲਾ ਮੂੰਹ ਲੈ ਕੇ ਪਾਪਾਂ ਵਾਲਾ ਗੁਨਾਹਾਂ ਵਾਲਾ ਇਹ ਫਿਰ ਇੱਥੋਂ ਉੱਠ ਜਾਂਦੇ ਸੰਸਾਰ ਤੋਂ। ਜੇ ਸਤਿਗੁਰੂ ਦੀ ਸ਼ਰਨ ਆਏ ਕੋਈ ਤੇ ਉਹਨੂੰ ਕੀ ਪ੍ਰਾਪਤ ਹੁੰਦਾ ਹੈ? ਇਹ ਹਜੂਰ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਸਤਿਗੁਰ ਹੋਏ ਦਇਆਲ। ਜਦੋਂ ਸਤਿਗੁਰੂ ਜੀ ਦਿਆਲੂ ਹੁੰਦੇ ਆ, ਮਿਹਰਬਾਨਗੀ ਕਰਦੇ ਆ, ਤਾਂ ਸ਼ਰਧਾ ਪੂਰੀ ਹੈ। ਤਾਂ ਫਿਰ ਸਾਧ ਸੰਗਤ ਜੀ ਸ਼ਰਧਾ ਜਿਹੜੀ ਹੈ ਨਾ ਅੰਦਰ ਉਹ ਪੂਰੀ ਆ ਜਾਂਦੀ ਹੈ। ਮਹਾਰਾਜ ਦੀ ਕਿਰਪਾ ਇੰਨੀ ਵਰਤਦੀ ਹੈ। ਸ਼ਰਧਾ ਜਿਹੜੀ ਹੈ ਨਾ ਇਹ ਸਾਧ ਸੰਗਤ ਜੀ ਨੀਂਹ ਹੈ ਸਿੱਖੀ ਦੀ। ਮਹਾਰਾਜ ਨਾਲ ਨਿਰੰਕਾਰ ਨਾਲ ਜਿਨ ਪਿਆਰ ਪਾਉਣਾ ਉਹਨੂੰ ਸ਼ਰਧਾ ਚਾਹੀਦੀ ਹੈ। ਤੇ ਫਿਰ ਸਤਿਗੁਰੂ ਜੀ ਜਦੋਂ ਦਿਆਲੂ ਹੁੰਦੇ ਆ ਉਦੋਂ ਸਾਧ ਸੰਗਤ ਜੀ ਸ਼ਰਧਾ ਆ ਜਾਂਦੀ ਹੈ। ਇਹਨਾਂ ਨੂੰ ਵਿਦਵਾਨ ਭੂਮਿਕਾ ਦੇ ਤੌਰ ਤੇ ਵੀ ਜਿਹੜੀਆਂ 7 ਭੂਮਿਕਾ ਨਾ ਉਹ ਵੇਖਦੇ ਆ। ਸ਼ਰਧਾ ਦਾ ਆਉਣਾ ਸਾਧ ਸੰਗਤ ਜੀ ਸੁਭ ਇੱਛਾ ਅੰਦਰ ਆ ਜਾਣੀ, ਅੰਦਰ ਜਿਹੜੀ ਹੈ ਨਾ ਸੁਭ ਇੱਛਾ ਪ੍ਰਗਟ ਹੋ ਜਾਂਦੀ ਹੈ। ਮਨੁੱਖਾ ਜਨਮ ਮਿਲਿਆ ਹੈ ਤੇ ਇਹਦੇ ਭਲੇ ਲਈ ਕੁਛ ਨਹੀਂ ਕੀਤਾ। ਜਿੰਨਾ ਪਰਿਵਾਰ ਦੇ ਜੀਆਂ 'ਚ ਬੜਾ ਹੱਸਦਾ ਖੇਡਦਾ ਮੌਜਾਂ ਮਾਣਦਾ, ਇਨ ਤੇਰੇ ਨਾਲ ਤਾਂ ਕਿਸੇ ਮਰਨਾ ਹੈ ਨਹੀਂ। ਤੇ ਤੂੰ ਆਪਦੇ ਭਲੇ ਵਾਸਤੇ ਬੰਦਗੀ ਕਿਉਂ ਨਹੀਂ ਕਰਦਾ, ਨਾਮ ਕਿਉਂ ਨਹੀਂ ਜਪਦਾ? ਇਹ ਸੁਭ ਇੱਛਾ ਜਿਹੜੀ ਹੈ ਨਾ ਸਤ ਸੰਗਤ ਕਰਨ ਦੀ ਇਹ ਮਨ ਵਿੱਚ ਆ ਜਾਂਦੀ ਹੈ। ਮਹਾਰਾਜ ਕਿਰਪਾ ਕਰਦੇ ਆ, ਸ਼ਰਧਾ ਜਿਹੜੀ ਹੈ ਨਾ ਪੂਰੀ ਉਹ ਅੰਦਰ ਮਹਾਰਾਜ ਕਹਿੰਦੇ ਭਾਈ ਆ ਜਾਂਦੀ, ਪੂਰ ਦਿੰਦੇ ਭਰ ਦਿੰਦੇ ਸ਼ਰਧਾ ਮਹਾਰਾਜ ਅੰਦਰ। ਸਤਿਗੁਰ ਹੋਏ ਦਇਆਲ। ਜਦੋਂ ਸਤਿਗੁਰੂ ਜੀ ਦਇਆਲੂ ਹੁੰਦੇ ਆ ਨਾ ਕਬਹੁ ਝੂਰੀਐ। ਫਿਰ ਸਾਧ ਸੰਗਤ ਜੀ ਝੋਰਾ ਨਹੀਂ ਕਦੇ ਵੀ ਲੱਗਦਾ, ਗਮ ਨਹੀਂ ਲੱਗਦਾ, ਦੁੱਖ ਨਹੀਂ ਲੱਗਦਾ ਹੈ ਜਦੋਂ ਸਤਿਗੁਰੂ ਜੀ ਦਿਆਲੂ ਹੁੰਦੇ ਆ। ਹੁਣ ਸਰੀਰ ਕਰਕੇ ਤਾਂ ਦੁੱਖ ਲੱਗਦਾ ਹੀ ਹੈ, ਪਰ ਉਹਨਾਂ ਦੇ ਅੰਦਰੋਂ ਵਜਾਤੀ ਬਿਰਤੀ ਦਾ ਪ੍ਰਵਾਹ ਹੀ ਮਹਾਰਾਜ ਹਟਾ ਦਿੰਦੇ ਆ। ਉਹ ਕਹਿੰਦੇ ਦੁੱਖ ਨਹੀਂ ਸਭ ਸੁੱਖ ਹੀ ਹੈ ਰੇ। ਉਹ ਕਹਿੰਦੇ ਦੁੱਖ ਹੈ ਹੀ ਨਹੀਂ, ਸਾਰਾ ਕੁਝ ਸੁੱਖ ਹੀ ਸੁੱਖ ਹੈ। ਦੁੱਖ ਤਾਂ ਤੁਹਾਡੇ ਸੋਚਣ ਕਰਕੇ ਤੁਹਾਡੇ ਮੰਨਣ ਕਰਕੇ ਲੱਗਦਾ ਹੈ। ਉਹਨਾਂ ਨੇ ਕਿਹਾ ਬੁਰਾ ਨਹੀਂ ਸਭ ਭਲਾ ਹੀ ਹੈ ਰੇ। ਉਹ ਕਹਿੰਦੇ ਬੁਰਾ ਨਹੀਂ ਸਭ ਭਲਾ ਹੀ ਹੈ। ਜਦੋਂ ਸਤਿਗੁਰੂ ਜੀ ਦਿਆਲੂ ਹੁੰਦੇ ਆ, ਕਿਰਪਾ ਕਰਦੇ ਆ, ਵੇਖ ਲੋ ਜੀਵ ਸੰਸਾਰ ਦੇ ਅੰਦਰ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਦੁਖੀ ਹੋਈ ਜਾਂਦੇ ਆ ਤੇ ਕੈਸੀ ਨਿਰੰਕਾਰ ਦੀ ਕਿਰਪਾ ਹੈ। ਗੁਰੂ ਤੇਗ ਬਹਾਦਰ ਸਾਹਿਬ ਕਿੰਨੇ ਦਿਆਲੂ ਹੈ ਕਿ ਦੀਵਾਨ ਮਤੀ ਦਾਸ ਜੀ ਨੂੰ ਆਰੇ ਦੇ ਦੁੱਖ ਵੀ ਨਹੀਂ ਲੱਗ ਰਿਹਾ।
ਸਰੀਰ ਚੀਰਿਆ ਜਾ ਰਿਹਾ ਹੈ, ਪਰ ਉਹ ਜਪਜੀ ਸਾਹਿਬ ਦਾ ਪਾਠ ਕਰ ਰਹੇ ਆ। ਕਹਿੰਦੇ ਮੋਹਿ ਆਰਾ ਪਿਆਰਾ ਲਗਤ ਹੈ, ਮੈਨੂੰ ਬੜਾ ਪਿਆਰਾ ਲੱਗਦਾ ਹੈ ਆਰਾ। ਪ੍ਰਤੱਖ ਵੀ ਸਾਧ ਸੰਗਤ ਜੀ ਵੇਖੋ ਦੁੱਖ ਲੱਗਦਾ ਹੀ ਨਹੀਂ ਪਿਆ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਸਤਿਗੁਰੂ ਜੀ ਦਿਆਲੂ ਹੋਣ ਨਾ, ਨਿਰੰਕਾਰ ਕਿਰਪਾ ਕਰੇ, ਕਬਹੂ ਨਾ ਝੂਰੀਏ। ਕਦੇ ਕਦੇ ਝੂਰੇ ਲੱਗਦੇ ਹੀ ਨਹੀਂ, ਕਦੇ ਗਮ ਲੱਗਦਾ ਹੀ ਨਹੀਂ, ਕਦੇ ਦੁੱਖ ਲੱਗਦਾ ਹੀ ਨਹੀਂ। ਇਹ ਫਿਰ ਸਾਧ ਸੰਗਤ ਜੀ ਜਿਹੜਾ ਹੈ ਜੀਵ ਸਤਸੰਗਤ ਦੇ ਵਿੱਚ ਜੁੜ ਜਾਂਦਾ ਹੈ, ਮਨ ਨਾਮ ਦੇ ਵਿੱਚ ਜੁੜ ਜਾਂਦਾ ਹੈ। ਸਤਿਗੁਰ ਹੋਏ ਦਿਆਲ, ਜਦੋਂ ਸਤਿਗੁਰੂ ਜੀ ਦਿਆਲੂ ਹੁੰਦੇ ਆ, ਕਿਰਪਾ ਕਰਦੇ ਆ, ਤਾਂ ਦੁੱਖ ਨਾ ਜਾਣੀਐ। ਤਾਂ ਦੁੱਖ ਨੂੰ ਜਾਣੀਦਾ ਹੀ ਨਹੀਂ ਹੈ। ਦੁੱਖ ਲੱਗਦਾ ਤੇ ਹੈ, ਪਰ ਦੁੱਖ ਜਾਣੀਦਾ ਹੀ ਨਹੀਂ ਹੈ, ਦੁੱਖ ਮੰਨੀਦਾ ਹੀ ਨਹੀਂ ਹੈ। ਤੇ ਦੁੱਖ ਤਾਂ ਮੰਨਿਆ ਹੀ ਹੈ ਨਾ ਸਾਧ ਸੰਗਤ ਜੀ। ਜੇ ਮੰਨੀਏ ਕਿ ਮੈਂ ਬੜਾ ਦੁਖੀ ਆ, ਫੇਰ ਹੀ ਦੁੱਖ ਹੈ। ਜੇ ਮੰਨੀਏ ਹੀ ਨਾ ਤੇ ਫਿਰ ਦੁੱਖ ਕਾਹਦਾ? ਸਰੀਰ ਨੂੰ ਤਾਂ ਉਹਨਾਂ ਨੇ ਮੰਨਿਆ ਹੀ ਨਹੀਂ ਹੋਇਆ ਕਿ ਮੈਂ ਸਰੀਰ ਹਾਂ। ਤੇ ਦੁੱਖ ਤੇ ਸੁੱਖ ਸਰੀਰ ਦਾ ਹੀ ਧਰਮ ਹੈ, ਸਾਡੀ ਆਤਮਾ ਦਾ ਇਹ ਧਰਮ ਨਹੀਂ ਹੈ। ਦੁੱਖ ਤੇ ਸੁੱਖ ਆਤਮਾ ਦਾ ਧਰਮ ਨਹੀਂ ਹੈ। ਜੇ ਦੁੱਖ ਤੇ ਸੁੱਖ ਆਤਮਾ ਦਾ ਧਰਮ ਹੁੰਦਾ ਤੇ ਫਿਰ ਤਾਂ ਸਰਮਦ ਵਰਗੇ ਫਕੀਰਾਂ ਨੂੰ ਡਲਾ ਦਿੰਦਾ ਨਰੰਗਾ। ਸਤਿਗੁਰੂ ਜੀ ਦਾ ਉੱਥੇ ਵਾਸ ਹੈ ਜਿੱਥੇ ਭੁੱਖ ਨਹੀਂ ਤੰਗ ਕਰਦੀ, ਜਿੱਥੇ ਨੀਂਦ ਨਹੀਂ ਤੰਗ ਕਰਦੀ, ਜਿੱਥੇ ਆਲਸ ਨਹੀਂ ਤੰਗ ਕਰਦਾ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਨਰੰਗੇ ਨੇ ਕਿਹਾ ਕਿ ਇਹਨਾਂ ਨੂੰ ਸੌਣ ਨਹੀਂ ਦੇਣਾ, ਖਾਣ ਨੂੰ ਭੋਜਨ ਨਹੀਂ ਦੇਣਾ, ਪੀਣ ਨੂੰ ਪਾਣੀ ਨਹੀਂ ਦੇਣਾ। ਤੇ ਸਤਿਗੁਰੂ ਜੀ ਨੂੰ ਉਸ ਕਾਰਾਗ੍ਰਹਿ ਦੇ ਅੰਦਰ ਵੀ ਪਿੰਜਰੇ ਵਿੱਚ ਕੈਦ ਕੀਤਾ ਸੀ। ਤੇ ਉਸ ਪਿੰਜਰੇ ਨੂੰ ਹੀ ਤਿੱਖੇ ਤਿੱਖੇ ਅੰਦਰ ਨੂੰ ਕਿੱਲ ਸੀ, ਜਿਨ੍ਹਾਂ ਨੂੰ ਜ਼ਹਿਰ ਦੀ ਪੁੱਠ ਚਾੜੀ ਹੋਈ ਸੀ। ਮਹਾਰਾਜ ਪਾਸਾ ਨਹੀਂ ਸੀ ਵੱਟ ਸਕਦੇ ਚੰਗੀ ਤਰ੍ਹਾਂ, ਕਿ ਜੇ ਪਾਸਾ ਵੱਟਣ ਤੇ ਉਹ ਜ਼ਹਿਰ ਦਾ ਕਿੱਲ ਜਿਹੜਾ ਹੈ ਮਹਾਰਾਜ ਦੇ ਸਰੀਰ ਨੂੰ ਵੱਜੇ ਤੇ ਸ਼ਹੀਦੀ ਦਾ ਕਾਰਨ ਵਾਪਰ ਸਕਦਾ ਹੈ। ਐਸੀ ਸੰਗੀਨ ਥਾਂ ਤੇ ਖਲੋਤੇ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਸੀ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ, ਕਹੋ ਨਾਨਕ ਹਰਿ ਭਜ ਮਨ, ਜਿਹ ਬਿਦ ਜਲ ਕੋ ਮੀਨ। ਐਸਾ ਬੈਰਾਗਮਈ ਉਪਦੇਸ਼ ਉਸ ਪਿੰਜਰੇ ਵਿੱਚ ਖਲੋ ਕੇ ਹਜੂਰ ਨੇ ਦਿੱਤਾ। ਕਿਉਂਕਿ ਸਤਿਗੁਰੂ ਜੀ ਕਹਿੰਦੇ ਭਾਈ ਜਦੋਂ ਗੁਰੂ ਨਾਨਕ ਸਾਹਿਬ ਦਿਆਲੂ ਹੁੰਦੇ ਆ ਨਾ, ਫਿਰ ਦੁੱਖ ਨਹੀਂ ਜਾਣੀਦਾ, ਦੁੱਖ ਆ ਕਰਕੇ ਪਹੁੰਚਦਾ ਹੀ ਨਹੀਂ। ਉਹਨਾਂ ਸਤਿਗੁਰਾਂ ਦੇ ਦੀਦਾਰ ਕਰਕੇ ਸਿੱਖਾਂ ਦੇ ਦੁੱਖ ਟੁੱਟ ਗਏ, ਹੱਸ ਹੱਸ ਕੇ ਸ਼ਹੀਦੀਆਂ ਪਾ ਗਏ। ਦੁੱਖ ਨਹੀਂ ਸਾਧ ਸੰਗਤ ਜੀ ਉਦੋਂ ਸਿੱਖ ਜਾਣਦੇ। ਇਹ ਸਤਿਗੁਰੂ ਜੀ ਦੀ ਦਇਆ ਹੈ। ਮਹਾਰਾਜ ਜਦੋਂ ਕਿਰਪਾ ਕਰਦੇ ਆ, ਫਿਰ ਦੁੱਖ ਨੂੰ ਵੀ ਉਹ ਸੁਖ ਰੂਪ ਵਿੱਚ ਕਰਕੇ ਖਿੜੇ ਮੱਥੇ ਝੱਲ ਜਾਂਦੇ ਆ। ਦੁੱਖ ਮਹਾਰਾਜ ਕਹਿੰਦੇ ਭਾਈ ਜਾਣੀਦਾ ਹੀ ਨਹੀਂ ਆ। ਸਤਿਗੁਰ ਹੋਏ ਦਿਆਲ, ਜਦੋਂ ਸਤਿਗੁਰੂ ਜੀ ਦਿਆਲੂ ਹੁੰਦੇ ਆ, ਕਿਰਪਾ ਕਰਦੇ ਆ, ਤਾਂ ਹਰ ਰੰਗ ਮਾਣੀਐ। ਤਾਂ ਹਰੀ ਦਾ ਜਿਹੜਾ ਰੰਗ ਆਨੰਦ ਹੈ ਨਾ, ਪ੍ਰੇਮ ਰਸ ਬ੍ਰਹਮਾ ਆਨੰਦ, ਉਹ ਮਾਣੀਦਾ ਹੈ। ਸਤਿਗੁਰੂ ਜੀ ਦੀ ਦਇਆ ਵਿੱਚ ਵੇਖ ਲਓ ਐਡੀ ਵੱਡੀ ਬਖਸ਼ਿਸ਼ ਹੈ। ਮਹਾਰਾਜ ਸੱਚੇ ਪਾਤਸ਼ਾਹ ਜਦੋਂ ਬਖਸ਼ਿਸ਼ ਕਰਦੇ ਆ ਨਾ, ਤੱਕ ਕੇ ਹੀ ਨਿਹਾਲ ਕਰ ਦਿੰਦੇ ਆ। ਐਡੀ ਦ੍ਰਿਸ਼ਟੀ ਹੈ ਸੱਚੇ ਪਾਤਸ਼ਾਹ ਜੀ ਦੀ। ਧੰਨ ਗੁਰੂ ਮਹਾਰਾਜ ਸਾਹਿਬ ਜੀ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਭਾਈ ਇਹ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਹੁੰਦੇ ਆ। ਤੇ ਜੇ ਸਾਧ ਸੰਗਤ ਜੀ ਮਹਾਰਾਜ ਜੀ ਦਾ ਉਪਦੇਸ਼ ਆਪਾਂ ਆਪਣੇ ਵਾਸਤੇ ਸੁਣਦੇ ਆ, ਟਿਕਾਉਂਦੇ ਆ, ਤੇ ਸਾਡੇ ਲਈ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਹਨ। 10 ਪਾਤਸ਼ਾਹੀਆਂ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਡੇ ਸਤਿਗੁਰੂ ਨੇ। ਤੇ ਜੇ ਮਹਾਰਾਜ ਸਾਡੇ ਤੇ ਦਇਆਲ ਹੋ ਜਾਣ, ਕਿਰਪਾ ਕਰ ਦੇਣ, ਤੇ ਫਿਰ ਹਰੀ ਦੇ ਨਾਮ ਦਾ ਆਨੰਦ ਸਿੱਖ ਮਾਣਦਾ ਹੈ। ਮਨ ਖੀਵਾ ਹੋ ਜਾਂਦਾ ਹੈ, ਨੇਤਰ ਜਿਹੜੇ ਆ ਪਿਆਰ ਨਾਲ ਸੱਜਲ ਹੋ ਜਾਂਦੇ ਆ। ਅੰਮ੍ਰਿਤ ਵੇਲੇ ਉੱਠ ਕੇ ਉਹ ਪ੍ਰੇਮ ਦਾ ਰਸ ਚੱਖਦੇ ਆ ਮਹਾਰਾਜ ਦੇ ਨਾਮ ਦਾ। ਇਹ ਸਤਿਗੁਰੂ ਜੀ ਦੀ ਦਇਆ ਹੀ ਸਮਝਦੇ ਆ। ਇਹ ਨਹੀਂ ਸਮਝਦੇ ਕਿ ਬੜੀ ਮੇਰੀ ਕਮਾਈ ਹੈ, ਬੜਾ ਮੈਂ ਅੰਮ੍ਰਿਤ ਵੇਲੇ ਉੱਠਦਾ, ਬੜਾ ਮੈਂ ਸਭ ਤੋਂ ਚੰਗਾ ਹੈ। ਕਹਿੰਦੇ ਨਹੀਂ ਮਹਾਰਾਜ, ਤੁਸੀਂ ਦਇਆ ਕਰ ਦਿੱਤੀ ਮੇਰੇ ਤੇ, ਤੁਹਾਨੂੰ ਤਰਸ ਪੈ ਗਿਆ ਮਹਾਰਾਜ ਗਰੀਬ ਤੇ, ਇਸ ਕਰਕੇ ਤੁਸੀਂ ਨਾਮ ਦਾ ਰਸ ਮੈਨੂੰ ਦੇ ਦਿੱਤਾ ਹੈ, ਤਾਂ ਹਰ ਰੰਗ ਮਾਣੀ ਹੈ। ਤਾਂ ਮਹਾਰਾਜ ਕਹਿੰਦੇ ਭਾਈ ਹਰੀ ਦੇ ਨਾਮ ਦਾ ਰੰਗ ਆਨੰਦ ਜਿਹੜਾ ਹੈ ਮਾਣੀਦਾ ਹੈ ਜਦੋਂ ਸਤਿਗੁਰੂ ਦਇਆ ਕਰਨ। ਸਤਿਗੁਰ ਹੋਏ ਦਿਆਲ, ਜਦੋਂ ਸਤਿਗੁਰੂ ਜੀ ਮਹਾਰਾਜ ਕਹਿੰਦੇ ਜੋ ਦਇਆ ਦੇ ਆਲ ਘਰ ਹਨ, ਮਿਹਰ ਕਰਨ, ਤਾਂ ਜਮ ਕਾ ਡਰ ਕਿਹਾ। ਤਾਂ ਜਮ ਦਾ ਡਰ ਮਹਾਰਾਜ ਕਹਿੰਦੇ ਕਾਹਦਾ ਹੈ? ਫਿਰ ਜਮ ਦਾ ਡਰ ਕੀ ਹੈ? ਜਮ ਦਾ ਡਰ ਨਹੀਂ ਰਹਿੰਦਾ ਹੈ। ਜਮ ਦਾ ਡਰ ਉਹਨੂੰ ਵਿਆਪਦਾ ਹੈ ਜਿਹਨੇ ਸਤਿਗੁਰੂ ਜੀ ਦੀ ਦਇਆ ਨਹੀਂ ਲਈ, ਮਹਾਰਾਜ ਦੀ ਦਿਆਲਤਾ ਦਾ ਪਾਤਰ ਨਹੀਂ ਬਣਿਆ। ਉਹ ਮੌਤ ਤੋਂ ਥਰ ਥਰ ਕੰਬਦੇ ਫਿਰਦੇ ਆ।
ਪਰ ਜਿਹੜੇ ਸਤਿਗੁਰੂ ਜੀ ਦੀ ਦਇਆ ਦੇ ਪਾਤਰ ਬਣ ਗਏ ਆ, ਜਿਨ੍ਹਾਂ ਉੱਤੇ ਮਹਾਰਾਜ ਦੀ ਦਿਆਲਤਾ ਹੋਈ ਹੈ, ਉਹਨਾਂ ਨੂੰ ਜਮ ਦਾ ਡਰ ਕੀ ਹੈ? ਜਮ ਉਹਨਾਂ ਕੋਲੋਂ ਥਰ ਥਰ ਕੰਬਦੇ ਆ, ਮੌਤ ਉਹਨਾਂ ਕੋਲੋਂ ਥਰ ਥਰ ਕੰਬਦੀ ਹੈ। ਮੌਤ ਨੂੰ ਵੀ ਪਛਾੜ ਦਿੰਦੇ ਆ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿਨ੍ਹਾਂ ਉੱਤੇ ਦਿਆਲਤਾ ਹੈ। ਬਾਬਾ ਦੀਪ ਸਿੰਘ ਸਾਹਿਬ ਜੀ ਨੇ ਵੇਖ ਲਓ ਮੌਤ ਨੂੰ ਪਛਾੜ ਦਿੱਤਾ ਸੀ, ਸੀਸ ਤਲੀ ਤੇ ਧਰ ਕੇ ਦਰਬਾਰ ਸਾਹਿਬ ਆਏ ਸੀਗੇ। ਇਉਂ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਦੋਂ ਸਤਿਗੁਰੂ ਜੀ ਦਇਆ ਕਰਦੇ ਆ, ਮਿਹਰ ਕਰਦੇ ਹਨ, ਤਾਂ ਇਹ ਬਖਸ਼ਿਸ਼ ਪ੍ਰਾਪਤ ਹੁੰਦੀ ਆ। ਸਤਿਗੁਰ ਹੋਏ ਦਿਆਲ, ਜਦੋਂ ਸਤਿਗੁਰੂ ਜੀ ਮਹਾਰਾਜ ਕਹਿੰਦੇ ਭਾਈ ਦਿਆਲੂ ਹੋਣ, ਤਾਂ ਸਦ ਹੈ ਸੁਖ ਦੇਹਾ। ਫਿਰ ਪੜੋ। ਸਤਿਗੁਰ ਹੋਏ ਦਿਆਲ, ਤਾਂ ਸਦ ਹੈ ਸੁਖ ਦੇਹਾ। ਮਹਾਰਾਜ ਕਹਿੰਦੇ ਸਦ ਹੀ ਸੁਖ ਦੇਹਾ, ਸਦਾ ਹੀ ਸੁਖ ਦਿੰਦੇ ਆ ਸੱਚੇ ਪਾਤਸ਼ਾਹ। ਜਦੋਂ ਸਤਿਗੁਰੂ ਜੀ ਦਿਆਲੂ ਹੋ ਜਾਣ, ਸਦ ਹੀ ਸੁਖ ਦੇਹਾ, ਦੇਹ ਨੂੰ ਵੀ ਸਦਾ ਹੀ ਫਿਰ ਸੁਖ ਹੋ ਜਾਂਦਾ ਹੈ। ਕਿਉਂਕਿ ਸਾਧ ਸੰਗਤ ਜੀ ਜਿਹੜੀ ਦੇਹ ਹੈ ਨਾ ਸਾਡੀ, ਦੇਹ ਨੂੰ ਜੇ ਕੋਈ ਸੂਈ ਮਾਰਦਾ ਹੈ ਤੇ ਉਹ ਦੁੱਖ ਸਾਡੀ ਦੇਹ ਨੂੰ ਅਸੀਂ ਮੰਨਦੇ ਹਾਂ, ਪਰ ਅੰਦਰ ਸੂਖਸ਼ਮ ਸਰੀਰ ਨੂੰ ਦੁੱਖ ਹੁੰਦਾ ਹੈ। ਉਹ ਜੇ ਮੁਰਦੇ ਨੂੰ ਕੋਈ ਸੂਈ ਮਾਰੇ ਤੇ ਉਹਨੇ ਹਾਏ ਆਖਿਆ? ਕਦੇ ਮੁਰਦੇ ਨਹੀਂ ਕਦੇ ਹਾਏ ਆਖਿਆ। ਸਾਡੇ ਅੰਦਰ ਜਿਹੜਾ ਸੂਖਸ਼ਮ ਸਰੀਰ ਹੈ, ਉਸ ਦੇਹ ਨੂੰ ਵੀ ਮਹਾਰਾਜ ਕਹਿੰਦੇ ਭਾਈ ਸੁਖ ਦੇਹਾ, ਸੁਖ ਮਿਲ ਜਾਂਦਾ ਹੈ, ਆਨੰਦ ਮਿਲ ਜਾਂਦਾ ਹੈ ਸਦਾ ਹੀ। ਦੇਹ ਦਾ ਵੀ ਦੁੱਖ ਮਹਾਰਾਜ ਸੱਚੇ ਪਾਤਸ਼ਾਹ ਜੀ ਮੇਟ ਦਿੰਦੇ ਹੈ, ਜਿਹੜਾ ਕਿ ਦੁੱਖਾਂ ਸੁੱਖਾਂ ਦਾ ਧਰਮ ਹੀ ਹੈ ਸਰੀਰ। ਭਾਵੇਂ ਕਿ ਹੁਣ ਵੇਖਣ ਨੂੰ ਤਾਂ ਸਾਧ ਸੰਗਤ ਜੀ ਬੁਖਾਰ ਬ੍ਰਹਮ ਗਿਆਨੀ ਨੂੰ ਵੀ ਚੜ੍ਹਦਾ ਹੈ, ਫੋੜਾ ਬ੍ਰਹਮ ਗਿਆਨੀ ਦੇ ਵੀ ਹੁੰਦਾ ਹੈ, ਤੇ ਨਾਸਤਕ ਨੂੰ ਵੀ ਬੁਖਾਰ ਚੜ੍ਹਦਾ, ਉਹਨੂੰ ਵੀ ਫੋੜਾ ਹੁੰਦਾ, ਕੰਡਾ ਉਹਦੇ ਵੀ ਵੱਜਦਾ। ਪਰ ਫਰਕ ਕੀ ਹੈ? ਬ੍ਰਹਮ ਗਿਆਨੀ ਕਹਿੰਦੇ ਆ ਮਹਾਰਾਜ ਤਾਂ ਬੜਾ ਹੀ ਭਲਾ ਹੋਇਆ, ਬੜੀ ਕਿਰਪਾ ਕੀਤੀ ਹੈ, ਸ਼ੁਕਰਾਨਾ ਕਰਦੇ ਆ, ਤੇ ਉਸ ਦੁੱਖ ਨੂੰ ਸੁਖ ਰੂਪ ਸਮਝ ਕੇ ਸਾਧ ਸੰਗਤ ਜੀ ਕੱਟਦੇ ਆ, ਦੁੱਖ ਮੰਨਦੇ ਹੀ ਨਹੀਂ। ਤੇ ਜਿਹੜਾ ਨਾਸਤਕ ਹੈ ਉਹ ਕਹਿੰਦਾ ਹਾਏ ਮਰ ਗਿਆ, ਮੈਨੂੰ ਹੀ ਕਿਉਂ ਇਉਂ ਹੋਇਆ, ਮੇਰੇ ਹੀ ਕਿਉਂ ਕੰਡਾ ਵੱਜਿਆ, ਤਾਪ ਮੈਨੂੰ ਹੀ ਕਿਉਂ ਚੜੇ। ਇਹ ਸਾਧ ਸੰਗਤ ਜੀ ਫਰਕ ਵਾ। ਮਹਾਰਾਜ ਕਹਿੰਦੇ ਨੇ ਕਿ ਸਦਾ ਹੀ ਸੁਖ ਸਾਧ ਸੰਗਤ ਜੀ ਜਿਹੜਾ ਆਤਮਿਕ ਆਨੰਦ ਹੈ ਉਹ ਸਤਿਗੁਰੂ ਜੀ ਦੇਹਾ ਦਿੰਦੇ ਹੈ, ਤੇ ਦੇਹ ਜਿਹੜਾ ਸੂਖਸ਼ਮ ਸਰੀਰ ਅੰਦਰ ਉਹਨੂੰ ਵੀ ਸੁਖੀ ਕਰ ਦਿੰਦੇ ਆ, ਬਾਹਰੋਂ ਦੇਹ ਦਾ ਵੀ ਦੁੱਖ ਮਹਾਰਾਜ ਕੱਟ ਦਿੰਦੇ ਆ। ਸਤਿਗੁਰ ਹੋਏ ਦਿਆਲ, ਜਦੋਂ ਸਤਿਗੁਰੂ ਜੀ ਮਹਾਰਾਜ ਕਹਿੰਦੇ ਭਾਈ ਦਿਆਲੂ ਹੁੰਦੇ ਆ, ਤਾਂ ਨਵ ਨਿਧ ਪਾਈਐ, ਤਾਂ 9 ਨਿਧੀਆਂ ਪ੍ਰਾਪਤ ਹੋ ਜਾਂਦੀਆਂ। ਜਿਹਨੂੰ ਸਿੱਧ ਦਸਮ ਦਵਾਰ ਵਿੱਚ ਸੁਰਤੀ ਚੜਾ ਕੇ ਪ੍ਰਾਣਾਯਾਮ ਕਰ ਕਰਕੇ ਮਸਾਂ ਹਾਸਲ ਕਰਦੇ ਆ ਨਾ, ਤੇ ਇਹ ਸਾਧ ਸੰਗਤ ਜੀ ਫਿਰ ਵੀ ਉਹਨਾਂ ਨੂੰ ਸੀਮਤ ਸ਼ਕਤੀਆਂ ਪ੍ਰਾਪਤ ਹੁੰਦੀਆਂ। ਪਰ ਜਦੋਂ ਸਤਿਗੁਰੂ ਜੀ ਦਿਆਲੂ ਹੋਣ, ਐਡੀ ਸ਼ਕਤੀ ਪ੍ਰਾਪਤ ਹੁੰਦੀ ਹੈ। ਜਿਵੇਂ ਦੀਵਾਨ ਮਤੀ ਦਾਸ ਜੀ ਨੇ ਕਿਹਾ ਸੀ, ਮਹਾਰਾਜ ਮੈਨੂੰ ਆਗਿਆ ਕਰੋ, ਮੈਂ ਤਾੜੀ ਮਾਰ ਕੇ ਲਾਹੌਰ ਤੇ ਦਿੱਲੀ ਸਮਾਪਤੀ ਕਰ ਦਿਆਂ। ਮਹਾਰਾਜ ਹੱਸ ਪਏ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮਤੀ ਦਾਸ ਇਹ ਸ਼ਕਤੀ ਤੂੰ ਕਿੱਥੋਂ ਪਾਈ ਹੈ? ਮਹਾਰਾਜ ਤੁਹਾਡੀ ਸੇਵਾ ਕਰਕੇ ਸਤਿਗੁਰੂ ਜੀ, ਤੁਹਾਡੀ ਦਿਆਲਤਾ ਕਰਕੇ ਮੈਂ ਸ਼ਕਤੀਆਂ ਪਾਈਆਂ ਨੇ। ਮਹਾਰਾਜ ਕਹਿੰਦੇ ਫਿਰ ਕੀ ਸਾਡੇ ਵਿੱਚ ਸ਼ਕਤੀ ਨਹੀਂ ਹੈ? ਤੇ ਦੀਵਾਨ ਸਾਹਿਬ ਨੇ ਕਿਹਾ ਮਹਾਰਾਜ ਆਪ ਤਾਂ ਸ਼ਕਤੀਆਂ ਦੇ ਸਮੁੰਦਰ ਹੋ ਸੱਚੇ ਪਾਤਸ਼ਾਹ, ਮੇਰੇ ਕੋਲ ਤੇ ਚੰਦ ਬੂੰਦਾਂ ਨੇ। ਮਹਾਰਾਜ ਕਹਿੰਦੇ ਫਿਰ ਖਵਾ ਲੇਗਾ, ਇਹ ਵੀ ਭਾਣੇ 'ਚ ਪ੍ਰਸੰਨ ਰਹੋ, ਸਾਡੀ ਆਗਿਆ ਵਿੱਚ ਦਖਲ ਨਾ ਦੇ। ਇਹ ਸੱਚੇ ਪਾਤਸ਼ਾਹ ਜੀ ਨੇ ਆਗਿਆ ਕੀਤੀ ਸੀ। ਜਦੋਂ ਮਹਾਰਾਜ ਕਿਰਪਾ ਕਰਦੇ ਆ ਨਾ, ਇਹ ਸਾਧ ਸੰਗਤ ਜੀ ਜਿਹੜੀਆਂ 9 ਨਿਧੀਆਂ 18 ਸਿੱਧੀਆਂ ਮੰਨੀਆਂ ਹੋਈਆਂ ਨਾ, ਇਹ ਸੁਤ ਹੀ ਪ੍ਰਾਪਤ ਹੋ ਜਾਂਦੀਆਂ ਸਿੱਖਾਂ ਨੂੰ। ਪਰ ਫਿਰ ਵੀ ਸਿੱਖ ਅਜਰ ਸ਼ਕਤੀ ਨੂੰ ਅੰਦਰ ਜਰ ਕੇ ਰੱਖਦੇ ਆ, ਬਰਦਾਸ਼ਤ ਕਰਦੇ ਆ। ਕਿੱਡੀ ਵੀ ਔਕੜ ਦਾ ਸਮਾਂ ਬਣ ਜੇ, ਸ਼ਕਤੀ ਨਹੀਂ ਸਿੱਖ ਪ੍ਰਗਟ ਕਰਦੇ। ਇਹ ਸਤਿਗੁਰੂ ਦੀ ਦਇਆ ਸਭ ਤੋਂ ਵੱਡੀ ਹੈ। ਅਜਰ ਸ਼ਕਤੀ ਨੂੰ ਜਰਨ ਦੀ ਤਾਕਤ ਅੰਦਰ ਆ ਜਾਣੀ। ਜਦੋਂ ਇਹ ਸ਼ਕਤੀ ਅੰਦਰ ਆ ਜਾਏ, ਫਿਰ ਮਹਾਰਾਜ ਆਪ ਦਾ ਸਾਰਾ ਹੀ ਖਜ਼ਾਨਾ ਦੇ ਦਿੰਦੇ, ਸਾਰੀ ਹੀ ਮਹਾਰਾਜ ਸ਼ਕਤੀ ਸਿੱਖ ਨੂੰ ਸੌਂਪ ਦਿੰਦੇ ਆ। ਜਦੋਂ ਅਜਰ ਸ਼ਕਤੀ ਨੂੰ ਜਰਨ ਦੀ ਤਾਕਤ ਆ ਜਾਏ, ਪਰ ਬੜੀ ਔਖੀ ਹੈ, ਜਰੀ ਨਹੀਂ ਜਾਂਦੀ। ਥੋੜੀ ਜਿੰਨੀ ਸ਼ਕਤੀ ਪਾ ਕੇ ਕਈ ਸੰਸਾਰ ਨੂੰ ਮਗਰ ਲਾਈ ਫਿਰਦੇ ਆ ਕਿ ਪਾਣੀ ਤੇ ਤੁਰ ਲੈਂਦੇ ਆ ਜੀ, ਅੱਗ ਨਹੀਂ ਇਹਨਾਂ ਨੂੰ ਸਾੜ ਸਕਦੀ। ਹਜੂਰ ਕਹਿੰਦੇ ਭਾਈ ਇਹ ਤਾਂ ਸਿੱਖਾਂ ਕੋਲ ਸੁਤੇ ਹੀ ਪ੍ਰਾਪਤ ਹੋ ਜਾਂਦੀਆਂ। ਜਿਨ੍ਹਾਂ ਉੱਤੇ ਸਤਿਗੁਰੂ ਦਇਆ ਕਰਦੇ ਆ, ਮਿਹਰਬਾਨਗੀ ਕਰਦੇ ਆ, ਉਹਨਾਂ ਨੂੰ 9 ਨਿਧੀਆਂ 18 ਸਿੱਧੀਆਂ ਸਭ ਸੰਪੂਰਨ ਹੋ ਜਾਂਦੀਆਂ ਹਨ। ਸਤਿਗੁਰ ਹੋਏ ਦਿਆਲ, ਜਦੋਂ ਸਤਿਗੁਰੂ ਜੀ ਦਿਆਲੂ ਹੁੰਦੇ ਆ, ਤਾਂ ਸੱਚ ਸਮਾਈਐ, ਤਾਂ ਫਿਰ ਸੱਚ ਸਰੂਪ ਵਿੱਚ ਸਮਾ ਜਾਈਦਾ ਹੈ।
ਅਭੇਦ ਹੋ ਜਾਈਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਉਦੋਂ ਫਿਰ ਸਾਧ ਸੰਗਤ ਜੀ ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਸੀ ਮਤੀ ਦਾਸ ਤੇਰੀ ਇਹੋ ਜੀ ਸ਼ਹਾਦਤ ਹੋਵੇਗੀ, ਸਦਾ ਵਾਸਤੇ ਸੰਸਾਰ ਦੇ ਲੋਕ ਤੇਰੀ ਸ਼ਹਾਦਤ ਨੂੰ ਸਿਜਦੇ ਕਰਿਆ ਕਰਨਗੇ, ਨਮਸਕਾਰਾਂ ਕਰਨਗੇ। ਨਹੀਂ ਤਾਂ ਕੀ ਹੈ, ਮਰ ਤਾਂ ਸਭ ਨੇ ਜਾਣਾ, ਕਿ ਬੋਰੀ ਆਟੇ ਦੀ ਵੱਧ ਖਾ ਕੇ ਮਰ ਜਾਏਗਾ। ਸੰਸਾਰ ਵਿੱਚ ਸਾਧ ਸੰਗਤ ਜੀ ਉਹਨਾਂ ਦੇ ਨਾਮ ਫਿਰ ਅਮਰ ਨਹੀਂ ਰਹਿੰਦੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸਾਡੇ ਸਰੂਪ ਵਿੱਚ ਹੀ ਸਮਾ ਜਾਣਾ ਮਤੀ ਦਾਸ ਤੈਂ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਵੇਖ ਲਓ ਇਹੋ ਜੀ ਬਖਸ਼ਿਸ਼ ਕੀਤੀ, ਐਡੀ ਵੱਡੀ ਸ਼ਹਾਦਤ ਦੀਵਾਨ ਸਾਹਿਬ ਨੇ ਪ੍ਰਾਪਤ ਕੀਤੀ ਹੈ। ਸੰਸਾਰ ਭਰ ਦੀਆਂ ਕੌਮਾਂ ਕੋਲ ਦੀਵਾਨ ਸਾਹਿਬ ਵਰਗਾ ਸ਼ਹੀਦ ਨਹੀਂ ਹੈ। ਭਾਵੇਂ ਕਿ ਸਾਧ ਸੰਗਤ ਜੀ ਬੜੀਆਂ ਬੜੀਆਂ ਕੁਰਬਾਨੀਆਂ ਵਾਲੇ ਹਨ ਸੰਸਾਰ ਦੇ ਅੰਦਰ ਇਤਿਹਾਸ, ਪਰ ਦੀਵਾਨ ਮਤੀ ਦਾਸ ਜੀ ਵਰਗੀ ਕੁਰਬਾਨੀ ਸੰਸਾਰ ਦੇ ਇਤਿਹਾਸ ਵਿੱਚ ਕਿਧਰੇ ਵੀ ਨਹੀਂ ਮਿਲਦੀ। ਇਹੋ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਦੋਂ ਸਤਿਗੁਰੂ ਜੀ ਦੀ ਦਇਆ ਦੇ ਪਾਤਰ ਬਣ ਜਾਈਏ, ਜਦੋਂ ਮਹਾਰਾਜ ਦਿਆਲੂ ਹੋ ਜਾਣ, ਆਪ ਕਿਰਪਾ ਕਰਨ, ਤੇ ਫਿਰ ਸੱਚੇ ਸਰੂਪ ਦੇ ਅੰਦਰ ਨਿਰੰਕਾਰ ਦੇ ਅੰਦਰ ਅਭੇਦ ਹੋ ਜਾਈਦਾ ਹੈ, ਸਮਾ ਜਾਈਦਾ ਉਸ ਸੱਚ ਦੇ ਅੰਦਰ। ਦੁੱਖਾਂ ਸੁੱਖਾਂ ਤੋਂ ਕਿਧਰੇ ਉੱਪਰ ਹੀ ਉੱਠ ਜਾਈਦਾ, ਫਿਰ ਤੇ ਸਦਾ ਰਹਿਣ ਵਾਲੀ ਅਟਲ ਪਦਵੀ ਜਿਹੜੀ ਉਹ ਪ੍ਰਾਪਤ ਹੁੰਦੀ ਹੈ। ਜਿਵੇਂ ਕਿਹਾ ਹੈ ਸਦ ਸੀ ਸੁਖ ਦੇਹਾ, ਉਸ ਦੇਹ ਨੂੰ ਪ੍ਰਾਪਤ ਕਰ ਲਈਦਾ ਜਿਹੜੀ ਅਖੰਡ ਚੇਤਨ ਦੇਹ ਹੈ, ਜਿਹਨੂੰ ਮੌਤ ਨਹੀਂ ਵਿਆਪਦੀ। ਉਹ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਸਦਾ ਸੁਖ ਰਹਿਣ ਵਾਲੀ ਦੇਹ ਜਿਹੜੀ ਉਹ ਦੇ ਦਿੰਦੇ ਆ। ਇਹ ਬਖਸ਼ਿਸ਼ਾਂ ਸਤਿਗੁਰਾਂ ਜੀ ਦੀ ਦਇਆ ਵਿੱਚ ਵਸਦੀਆਂ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਵੇਖ ਲਓ ਸਭ ਕੁਝ ਵੈ, ਸਾਡੇ ਮੰਗਣ 'ਚ ਹੀ ਕਮੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਕੀ ਨਹੀਂ ਹੈ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ। ਫਿਰ ਮਹਾਰਾਜ ਜੀ ਨੇ ਕਿਹਾ ਹੈ ਕਿ ਪਾਰ ਬ੍ਰਹਮ ਪੁਰਖ ਦਾਤਾਰ ਹੈ, ਗੁਰ ਸੇਵਾ ਕਿੰਗ ਨਾ ਲੱਭਿਆ। ਤੇ ਗੁਰੂ ਸਾਹਿਬ ਦੀ ਸੇਵਾ ਤੋਂ ਕੀ ਨਹੀਂ ਲੱਭਦਾ, ਸਭ ਕੁਝ ਲੱਭ ਜਾਂਦਾ ਹੈ, ਪਰ ਅਸੀਂ ਸੇਵਾ ਹੀ ਮਹਾਰਾਜ ਦੀ ਨਹੀਂ ਕਰਦੇ। ਮਨ ਕਰਕੇ ਨਾਮ ਜਪੀਏ, ਇਹ ਸਤਿਗੁਰੂ ਜੀ ਦੀ ਸੇਵਾ ਹੈ। ਹੱਥੀਂ ਮਹਾਰਾਜ ਜੀ ਦੇ ਦਰ ਤੇ ਸੇਵਾ ਕਰੀਏ, ਸਰੀਰ ਸਫਲਾ ਹੁੰਦਾ ਹੈ। ਸਤਿਗੁਰੂ ਜੀ ਰਹਿਮਤ ਕਰਨ, ਗਰੀਬ ਨਵਾਜ ਦਾ ਅੰਮ੍ਰਿਤ ਉਪਦੇਸ਼ ਹਿਰਦੇ 'ਚ ਵਸੇ। ਤੇ ਸਾਧ ਸੰਗਤ ਜੀ ਇਹ ਜੂਨ ਦਾ ਘੱਲੂਘਾਰੇ ਦਾ ਮਹੀਨਾ ਸ਼ੁਰੂ ਹੋ ਗਿਆ ਹੈ। ਇਹ ਹਫਤਾ ਤਕਰੀਬਨ ਕੱਲ ਤੋਂ ਘੱਲੂਘਾਰੇ ਦੀ ਵੀ ਨਾਲ ਕਥਾ ਹੋਵੇਗੀ। 6 ਜੂਨ ਤੱਕ ਜਿਹੜਾ ਮਰ ਜੀਵਣਿਆਂ ਨੇ ਐਡਾ ਇਤਿਹਾਸ ਸਿਰਜਿਆ, ਸਿੱਖ ਕੌਮ ਦੀ ਅਣਖ ਤੇ ਗੈਰਤ ਦਾ ਸਬੂਤ ਦਿੱਤਾ, ਆਪਣਾ ਖੂਨ ਡੋਲ ਕਰਕੇ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਤੇ ਸਿੱਖੀ ਦੀ ਸਾਧ ਸੰਗਤ ਜੀ ਜਿਹੜੀ ਸੀ ਇੱਜ਼ਤ ਤੇ ਮਾਣ ਉਹਨੂੰ ਬਰਕਰਾਰ ਰੱਖਿਆ। ਉਹਨਾਂ ਯੋਧਿਆਂ ਸੂਰਬੀਰਾਂ ਨੂੰ ਯਾਦ ਕਰਦਿਆਂ 6 ਜੂਨ ਤੱਕ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਵੀ ਰੋਜ਼ ਜਿਹੜੀ ਆ ਕਥਾ 15-20 ਮਿੰਟ ਹੋਇਆ ਕਰੇਗੀ, ਸਰਵਣ ਕਰਾਂਗੇ। ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਸਤਿਗੁਰ ਹੋਏ ਦਇਆਲ, ਤਾਂ ਨਵ ਨਿਧ ਪਾਈਐ। ਸਤਿਗੁਰ ਹੋਏ ਦਇਆਲ, ਤਾਂ ਸੱਚ ਸਮਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏ ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾ।